ਜਾਣਨਾ ਮੇਰੇ ਹੈ ਨਾ ਪੇਪਰ ਪਏ ਸੀਗੇ, ਆਪਾਂ ਪਿਛਲੇ ਸਾਲ ਅਪਲਾਈ ਕੀਤਾ ਸੀ ਲੋਕਡਾਊਨ ਤੋਂ ਪਹਿਲਾਂ। ਅੱਛਾ ਜੀ। ਆਸਟ੍ਰੇਲੀਆ ਦਾ ਰਿਫਿਊਜ਼ ਹੋ ਗਿਆ ਸੀ, ਉਸ ਤੋਂ ਬਾਅਦ ਲੋਕਡਾਊਨ ਹੋ ਗਿਆ, ਆਪਾਂ ਪੇਪਰ ਚੱਕੇ ਨਹੀਂ, ਜਦੋਂ ਖੁੱਲੂਗੇ ਉਦੋਂ ਲਾ ਲਵਾਂਗੇ ਦੁਬਾਰਾ। ਹਾਂਜੀ। ਪਰ ਮੈਨੂੰ ਲੱਗਦਾ ਵੀ ਹੁਣ ਮੇਰਾ ਪਾਸਪੋਰਟ ਐਕਸਪਾਇਰ ਹੋ ਗਿਆ ਵਾ। ਅੱਛਾ ਜੀ। ਰੀਨਿਊ ਕਰਾਉਣਾ ਸੀਗਾ, ਉਹਦੇ ਕਰਕੇ ਮੈਨੂੰ ਪੇਪਰ ਚਾਹੀਦੇ ਸੀਗੇ ਮੇਰੇ। ਅੱਛਾ ਜੀ। ਤਾਂ ਕਰਕੇ ਮੈਂ ਫੋਨ ਕਰਦਾ ਪਿਆ ਸੀ। ਪ੍ਰੀਤਮ ਮੈਡਮ ਸੀਗੇ, ਉਹਨਾਂ ਦਾ ਨੰਬਰ ਬੰਦ ਹੁੰਦਾ ਸੀ। ਇੱਕ ਵਿਨੇ ਸਰ ਸੀਗੇ, ਉਹਨਾਂ ਦਾ ਵੀ ਨੰਬਰ ਬੰਦ ਹੁੰਦਾ ਸੀ। ਤੁਸੀਂ ਕਿਹੜੇ ਦਫ਼ਤਰ ਚੋਂ ਕੇਸ ਲਾਇਆ ਹੋਇਆ ਤੁਸੀਂ? ਹਾਂਜੀ, ਤੁਸੀਂ ਕਿਹੜੇ ਦਫ਼ਤਰ ਚੋਂ ਲਾਇਆ ਹੋਇਆ ਕੇਸ? ਆਪਣਾ ਚੰਡੀਗੜ੍ਹ। ਹਾਂ, ਤੁਸੀਂ ਚੰਡੀਗੜ੍ਹ ਦਫ਼ਤਰ ਚੋਂ ਜਾ ਕੇ ਕੱਲ ਨੂੰ ਲੈ ਲਓ, ਦਫ਼ਤਰ ਖੁੱਲ੍ਹਾ ਹੋਇਆ ਜੀ ਸਾਡਾ। ਅੱਛਾ ਜੀ, ਜਦੋਂ ਮਰਜ਼ੀ ਜਾ ਸਕਦਾ? ਹਾਂਜੀ, ਕੱਲ ਨੂੰ ਜਦੋਂ ਮਰਜ਼ੀ ਦਫ਼ਤਰ ਜਾ ਕੇ ਆਪਦੇ ਕਾਗਜ਼ ਲੈ ਲਓ ਉੱਥੋਂ। ਠੀਕ ਹੈ ਸਰ ਜੀ, ਧੰਨਵਾਦ ਜੀ, ਧੰਨਵਾਦ। ਓਕੇ। ਤੁਹਾਡਾ ਵੀ ਕੋਈ ਕੰਸਰਨ ਹੈ ਸਾਨੂੰ ਕਾਲ ਕਰੋ। ਤੁਹਾਡੇ ਹਰ ਇੱਕ ਸਵਾਲ ਦੀ ਜ਼ਿੰਮੇਵਾਰੀ ਲਵਾਂਗੇ ਅਸੀਂ, ਤੁਹਾਨੂੰ ਸਹੀ ਗਾਈਡੈਂਸ ਬੇਟੇ ਘਰ ਬੈਠਿਆਂ ਨੂੰ। ਸਾਰਿਆਂ ਨੂੰ ਪਤਾ ਦੁਕਾਨਦਾਰੀ ਬੰਦ ਹੈ, ਕੰਮ ਨਹੀਂ ਚੱਲਦੇ ਪਏ, ਬਾਹਰ ਜਾਣ ਵਾਲੇ ਲੋਕ ਬਹੁਤ ਜ਼ਿਆਦਾ ਨੇ। ਅੱਜ ਅੰਬੈਸੀ ਨੇ ਵੀਜ਼ਾ ਲਿਮਿਟਿਡ ਲੋਕਾਂ ਨੂੰ ਦੇਣਾ, ਇਹੀ ਇੱਕ ਰੀਜ਼ਨ ਨਜ਼ਰ ਆ ਰਿਹਾ ਜਿਹੜਾ ਵੀਜ਼ਾ ਰਿਫਿਊਜ਼ਲ ਬਹੁਤ ਜ਼ਿਆਦਾ ਵਧਿਆ ਹੋਇਆ ਇਸ ਟਾਈਮ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ, ਵਿਨੇ ਬੋਲ ਰਿਹਾ ਜੀ, ਕੀ ਜਾਣਨਾ ਚਾਹੁੰਦੇ ਹੋ? ਸਰ ਟਰੈਵਲ ਰੈਸਟ੍ਰਿਕਸ਼ਨ ਬਾਰੇ ਪੁੱਛਣਾ ਸੀਗਾ ਜੀ। ਹਾਂਜੀ, ਕੀ ਅਗਸਤ ਤੱਕ ਫਿਲਹਾਲ ਇਹਨਾਂ ਨੇ ਵਧਾਈ ਹੈ ਜੀ? ਸਰ 21 ਤੱਕ ਵਧਾਇਆ ਸਰ। ਹੁਣ ਥਰਡ ਕੰਟਰੀ ਟਰੈਵਲ ਕਰਨ ਦਾ ਫਾਇਦਾ ਹੈਗਾ ਜੀ? ਤੇ 1.5-2 ਲੱਖ ਰੁਪਏ ਦੀ ਟਿਕਟ ਮਿਲਦੀ ਪਈ ਆ। ਹਾਂਜੀ। ਕੱਲ ਨੂੰ 에ਅਰਪੋਰਟ ਤੋਂ ਮੋੜਤਾ, ਮੁੜ ਕੇ ਵੀਜ਼ਾ ਵੀ ਕੈਂਸਲ ਹੋ ਜਾਣਾ, ਮੁੜ ਕੇ ਦੁਬਾਰਾ ਕੈਨੇਡਾ ਜਾ ਵੀ ਨਹੀਂ ਪਾਵਾਂਗੇ। ਕਾਰਨ ਜੀ? ਕਾਰਨ ਵੀ ਤੁਸੀਂ ਕਰਨ ਕੀ ਚੱਲੇ ਉੱਥੇ ਇਸ ਟਾਈਮ, ਜਦੋਂ ਉਹਨਾਂ ਨੇ ਟਰੈਵਲ ਰਿਸਟ੍ਰਿਕਸ਼ਨ ਲਾਈ ਹੋਈ ਹੈ? ਤੁਹਾਨੂੰ ਨਹੀਂ ਜਾਣਾ ਚਾਹੀਦਾ ਨਾ ਸਰ। ਉਹਨਾਂ ਨੇ ਟਰੂਡੋ ਸਾਹਿਬ ਨੇ ਕਿਹਾ ਵੀ ਥਰਡ ਕੰਟਰੀ ਆ ਸਕਦੇ ਹੋ ਤੁਸੀਂ। ਥਰਡ ਕੰਟਰੀ ਤੋਂ ਜਾ ਸਕਦੇ ਜੇ 에ਅਰਪੋਰਟ ਤੇ ਅਗਲੇ ਨੇ ਤੁਹਾਨੂੰ 4 ਸਵਾਲ ਪੁੱਛ ਲਏ, ਤੁਹਾਨੂੰ ਦੱਸਣੇ ਨਹੀਂ ਨਾ ਆਣੇ, ਬੋਲਣਾ ਨਹੀਂ ਆਣਾ ਉੱਥੇ ਆਪਾਂ ਨੂੰ। ਸਰ ਇੰਨਾ ਕੁ ਦਾ ਕੌਨਫੀਡੈਂਸ ਹੈਗਾ ਜੀ? ਕੌਨਫੀਡੈਂਸ ਤੁਹਾਡੇ ਅੰਦਰ ਹੈ, ਜੇ ਅੱਗੇ ਬੰਦਾ ਕੌਨਫੀਡੈਂਸ ਵਾਲਾ ਮਿਲ ਗਿਆ ਫਿਰ ਕੀ ਕਰਾਂਗੇ? ਸਰ ਪਰ ਐ ਤਾਂ ਦੁਨੀਆਦਾਰੀ ਦੇਖੇ 21 ਸਾਲ ਦੇ ਹੋਈ ਨਹੀਂ ਮੇਰਾ ਵੀਰ, ਅੱਗੇ ਦੁਨੀਆਦਾਰੀ ਵਾਲਾ ਮੋਹਰੇ ਮੰਨ ਲਾ 20 ਸਾਲ ਐਕਸਪੀਰੀਅੰਸ ਵਾਲਾ ਗੋਰਾ ਬਿਠਾਇਆ ਹੋਵੇ ਅਗਲਿਆਂ ਨੇ ਵੀ ਥਰਡ ਕੰਟਰੀ ਵਾਲੇ ਆ ਰਹੇ, ਇਹਨਾਂ ਨਾਲ ਸਵਾਲ ਜਵਾਬ ਕਰੋ ਜਰਾ ਚੰਗੀ ਤਰ੍ਹਾਂ। ਅੱਛਾ ਜੀ। ਪਿਛਲੇ ਸਾਲ ਮੌਂਟਰੀਅਲ ਤੋਂ ਵਾਪਸ ਭੇਜੇ ਸੀ 100-125 ਬੱਚੇ ਇਹਨਾਂ ਨੇ। ਅੱਛਾ ਜੀ। ਉਹਨਾਂ ਦਾ ਅੰਗਰੇਜ਼ੀ 'ਚ ਗੱਲਾਂ ਸ਼ੁਰੂ ਕਰਤੀਆਂ ਸੀ, ਮੁੜ ਕੇ ਉਹਨਾਂ ਨੂੰ ਸਾਰਿਆਂ ਨੂੰ ਇਹ ਕਹਿ ਕੇ ਵੀਜ਼ਾ ਰਿਫਿਊਜ਼ ਕਰਤਾ, ਵਾਪਸ ਕਰਤਾ ਕਿ ਤੁਹਾਡੀ ਅੰਗਰੇਜ਼ੀ ਮਾੜੀ ਹੈ। ਅੱਛਾ ਜੀ। ਇਹ ਕਿਸੇ ਵੇਲੇ ਵੀ ਕੋਈ ਵੀ ਤੁਹਾਡੇ ਤੇ ਚਾਰਜ ਲਾ ਸਕਦੇ ਆ। ਜਦੋਂ ਤੱਕ ਤੁਸੀਂ ਕੈਨੇਡਾ ਦੇ ਅੰਦਰ ਐਂਟਰ ਨਹੀਂ ਹੋ ਜਾਂਦੇ, ਵੀਜ਼ੇ ਦੀ ਕੋਈ ਵੈਲਿਊ ਨਹੀਂ ਹੈ ਜਿਹੜਾ ਪਾਸਪੋਰਟ ਤੇ ਲੱਗਾ। ਅੱਛਾ ਜੀ। ਜਿਹੜਾ ਐਂਟਰੀ ਕਲੀਅਰੈਂਸ ਆਫੀਸਰ ਹੁੰਦਾ ਵਾ, ਉਹਨੇ ਤੁਹਾਨੂੰ ਸਟੱਡੀ ਪਰਮਿਟ ਇਸ਼ੂ ਕਰਨਾ ਜਦੋਂ ਤੁਸੀਂ ਬਾਰਡਰ ਤੇ ਜਾਣਾ। ਸਮਝ ਗਿਆ ਜੀ। ਉਹਨੇ ਪਹਿਲਾ ਸਵਾਲ ਇਹ ਪੁੱਛਣਾ ਵੀ ਤੂੰ ਆਇਆ ਕੀ ਕਰਨਾ ਸਾਡੇ ਕੋਲ, ਤੇਰਾ ਕੋਰਸ ਜੇ ਆਨਲਾਈਨ ਚੱਲਦਾ ਵਾ ਤਾਂ ਤੂੰ ਆਨਲਾਈਨ ਕਿਉਂ ਨਹੀਂ ਪੜ੍ਹਦਾ ਪਿਆ? ਸਰ ਹੁਣ 3 ਮਹੀਨੇ 3 ਸਮੈਸਟਰ ਲੰਘ ਗਏ, ਮੇਰੇ ਚੌਥਾ ਰਹਿ ਗਿਆ ਜੀ ਪਿੱਛੇ। ਮੈਂ ਤੁਹਾਡੀ ਪ੍ਰੋਬਲਮ ਸਮਝ ਸਕਦਾ, ਬਟ ਇਸ ਚੀਜ਼ ਲਈ ਤੁਹਾਨੂੰ ਤਿਆਰ ਰਹਿਣਾ ਪੈਣਾ। ਜੇ ਉੱਥੇ ਕੋਈ ਵੀ ਸਵਾਲ ਖੜਾ ਹੁੰਦਾ ਤਾਂ ਤੁਹਾਡੇ ਕੋਲ ਉਸ ਚੀਜ਼ ਲਈ ਜਵਾਬ ਹੋਣਾ ਚਾਹੀਦਾ। ਠੀਕ ਹੈ ਜੀ। ਤੁਸੀਂ ਆਪਣੀ ਜਗ੍ਹਾ ਸਹੀ ਹੋ ਵੀ ਅੱਜ ਸਾਲ ਸਵਾ ਸਾਲ ਹੋ ਗਿਆ ਤੁਹਾਨੂੰ ਖੱਜਲ ਹੁੰਦਿਆਂ ਨੂੰ। ਬਹੁਤ। ਹਾਂ ਜੀ, 2 ਸਾਲ ਹੀ ਲਾ ਲਓ ਜੀ। ਤੁਸੀਂ ਦੇਖੋ ਉਹਨਾਂ ਨੇ ਟਰੈਵਲ ਰਿਸਟ੍ਰਿਕਸ਼ਨ ਕਿਉਂ ਰੱਖੀ ਹੋਈ? ਜੇ ਕੋਈ ਦਿੱਕਤ ਹੈਗੀ ਤਾਂ ਹੀ ਰੱਖੀ ਹੋਈ ਨਾ, ਜੇ ਖੋਲ੍ਹਣਾ ਹੋਵੇ ਤਾਂ ਉਹ ਸਾਰਿਆਂ ਵਾਸਤੇ ਖੋਲ੍ਹ ਦੇਣ। ਸਰ ਇੰਡੀਆ ਸਰ ਇੰਨਾ ਬਦਨਾਮ ਕਾਹਤੋਂ ਹੋ ਰਹੀ? ਕਾਰਨ ਕੀ ਹੈ? ਸਾਰਿਆਂ ਦੇ ਸਾਹਮਣੇ ਆ ਵੀਰ, ਜਿਹੜੇ ਪੁਰਾਣੇ ਲੋਕ ਗਏ ਉਹ ਨਕਲੀ ਟੈਸਟਾਂ ਦੀਆਂ ਰਿਪੋਰਟਾਂ ਬਣਾ ਕੇ ਚਲੇ ਗਏ। ਹਾਂ ਜੀ, ਸਹੀ ਗੱਲ ਹੈ ਜੀ। ਜਦੋਂ ਆਪਾਂ ਰਿਪੋਰਟਾਂ ਹੀ ਨੈਗੇਟਿਵ ਲੈ ਜਾਾਂਗੇ ਤਾਂ ਫਿਰ ਕਿੱਦਾਂ ਕੌਣ ਵੜਨ ਦਊਗਾ ਸਾਨੂੰ? ਉਹ ਹੁਣ ਸਾਡੇ ਟੈਸਟ ਤੇ ਵਿਸ਼ਵਾਸ ਹੀ ਨਹੀਂ ਕਰਦੇ। ਇਹ ਵੀ ਗੱਲ ਹੈ। ਉਹ ਥਰਡ ਕੰਟਰੀ ਵੱਲੋਂ ਕਿਉਂ ਲਿਆ ਰਹੇ ਆ ਵੀ ਘੱਟੋ ਘੱਟ ਜਿਹੜਾ ਥਰਡ ਕੰਟਰੀ ਤੋਂ ਆਊਗਾ ਉਹਨਾਂ ਨੂੰ ਇਹ ਤਾਂ ਪਤਾ ਨਾ ਵੀ ਇਹ ਟੈਸਟ ਤਾਂ ਅਸਲੀ ਹੈਗਾ। ਸਹੀ ਗੱਲ ਹੈ ਜੀ। ਤੇ ਸਾਡੇ ਲੋਕ ਤਾਂ ਜਾਣ ਵਾਸਤੇ ਕੁਝ ਵੀ ਕਰ ਲੈਂਦੇ ਆ ਮੇਰਾ ਵੀਰ। ਫਿਰ ਸਰ ਹੁਣ ਜੀ ਤੁਸੀਂ ਤਾਂ ਡਰਾ ਹੀ ਮੈਂ ਟੈਸਟ ਕਰਾਉਂਗਾ ਨਾ ਮੇਰਾ ਵੀਰ, ਬੜਾ ਔਖਾ ਵੀਜ਼ਾ ਮਿਲਿਆ ਹੀ ਤੈਨੂੰ। ਅੱਜ ਦੀ ਡੇਟ 'ਚ ਸਾਰੇ ਰਿਫਿਊਜ਼ ਹੁੰਦੇ ਪਏ। ਅੱਛਾ ਜੀ। ਇਹ ਕੱਲ ਨੂੰ ਦੁਬਾਰੇ ਲੱਗਣਾ ਨਹੀਂ ਜੇ ਇੱਕ ਵਾਰੀ ਮੋੜਤਾ ਨਾ ਉਹਨਾਂ ਨੇ ਉੱਥੋਂ। ਅੱਛਾ ਜੀ। ਕੋਈ ਗੱਲ ਨਹੀਂ, ਜਿੱਥੇ ਇੰਨਾ ਟਾਈਮ ਲੱਗ ਗਿਆ ਬੈਠਾ ਰਿਹਾ। ਉਹਨਾਂ ਨੇ ਤਾਂ ਪਾਲਿਸੀ ਬਣਾਈ ਹੋਈ ਵੀ ਕੱਲ ਨੂੰ ਜੇ ਵੀਜ਼ਾ ਖਤਮ ਵੀ ਹੋ ਗਿਆ ਅਸੀਂ ਵਰਕ ਪਰਮਿਟ ਹੀ ਦਿਆਂਗੇ ਇੱਥੇ। ਅੱਛਾ, ਇਹ ਰਿਟਰਨ ਹੈਗਾ ਜੀ ਪ੍ਰੂਫ? ਹਾਂ ਸਾਰਾ ਕੁਛ ਉਹਨਾਂ ਦੀਆਂ ਸਾਈਟਾਂ ਤੇ ਪਿਆ ਆ। ਅੱਛਾ ਜੀ। ਸਾਡੇ ਕੋਲ ਹੈਗੇ 2-4 ਸਾਡੇ ਸਟੂਡੈਂਟ ਜਿਨ੍ਹਾਂ ਨੇ ਕੋਰਸ ਖਤਮ ਵੀ ਕਰ ਲਿਆ ਹੋਇਆ ਇੱਥੇ ਹੀ। ਠੀਕ ਹੈ ਜੀ। ਸਾਲ ਦਾ ਕੋਰਸ ਸੀਗਾ, ਕੋਰਸ ਖਤਮ ਹੋ ਗਿਆ, ਹੁਣ ਬੱਚੇ ਨੇ ਵਰਕ ਪਰਮਿਟ ਪਾਇਆ ਹੋਇਆ ਸਗੋਂ। ਠੀਕ ਹੈ ਜੀ। ਅੱਗੇ 21 ਅਗਸਤ ਤੱਕ ਦੇਖ ਲਓ, ਜੇ 21 ਅਗਸਤ ਤੋਂ ਜ਼ਿਆਦਾ ਵਧਿਆ ਫਿਰ ਥਰਡ ਕੰਟਰੀ ਚੱਲ ਜਿਓ। ਸਰ ਹੁਣ ਪਹਿਲਾਂ ਹਾਂ ਜੀ ਮੇਰੀ ਉਹ ਹੋਈ ਹੈ ਡਾਇਰੈਕਟ ਫਲਾਈਟ ਹੋਈ, ਉਹ ਵੀ ਪੈਸੇ ਕੱਪਣਗੇ ਜੀ? ਨਹੀਂ, ਪੈਸੇ ਤਾਂ ਹੁਣ ਸਾਰਿਆਂ ਦੇ ਕੱਟੇ ਜਾ ਰਹੇ ਜਿੰਨੀਆਂ ਬੁੱਕ ਹੋਈਆਂ ਸੀ 에ਅਰ ਕੈਨੇਡਾ ਵਾਲੀਆਂ ਵੀ।
ਉਹ ਸਾਰੇ ਕੱਟ ਕੇ ਮੋੜਦੇ ਪਏ ਨੇ। ਸਰ ਅੱਜ ਕੋਈ ਡਿਸੀਜਨ ਆ ਸਕਦਾ ਜੀ? ਅੱਜ ਦੀ ਰਾਤ ਕਹਿੰਦੇ ਨੇ ਜੀ। ਦੇਖੋ ਡਿਸੀਜਨ ਤਾਂ ਉਹ ਕਈ ਤਰ੍ਹਾਂ ਦੇ ਦਿੰਦੇ ਪਏ ਹਰ ਰੋਜ਼। ਇੱਕ ਤਾਂ ਮਾਂ-ਬਾਪ ਵਾਸਤੇ ਵੀਜ਼ਾ ਖੋਲ੍ਹਤਾ ਇਹਨਾਂ ਨੇ। ਠੀਕ ਹੈ ਜੀ। ਉਮੀਦ ਹੈ ਟਰੈਵਲ ਰਿਸਟ੍ਰਿਕਸ਼ਨ ਪ੍ਰੋਬਲਮ ਖਤਮ ਕਰੂਗੇ, ਕਿਉਂਕਿ ਇਹਨਾਂ ਤੇ ਅਮਰੀਕਾ ਵੱਲੋਂ ਬਹੁਤ ਪ੍ਰੈਸ਼ਰ ਹੈ ਇਸ ਟਾਈਮ। ਇਹਨਾਂ ਨੂੰ ਖੋਲ੍ਹਣੀ ਪੈਣੀ ਹੈ ਸਾਰੀ ਦੁਨੀਆ। ਠੀਕ ਹੈ ਜੀ। ਇਹ ਉਮੀਦ ਨਹੀਂ ਸੀਗੀ ਕਿਸੇ ਨੂੰ ਵੀ ਕਿ ਇਹ ਹੁਣ ਇੰਡੀਆ ਵਿੱਚ ਟਰੈਵਲ ਰਿਸਟ੍ਰਿਕਸ਼ਨ ਵਧਾਊਗੇ, ਕਿਉਂਕਿ ਸਭ ਤੋਂ ਘੱਟ ਕੇਸ ਆਪਣੇ ਮੁਲਕ 'ਚ ਰਹਿ ਗਏ ਇਸ ਟਾਈਮ। ਤਾਂ ਹੀ ਕਰਕੇ ਜੀ ਹੁਣ ਆਪਾਂ ਨੂੰ ਕਿਹੜਾ ਪਤਾ ਸੀ ਅੱਜ ਰੇਟ ਜੀ 2.5 ਤੋਂ ਪੌਣੇ 3 ਲੱਖ ਚੱਲ ਰਿਹਾ ਟਿਕਟ ਦਾ। ਹਾਂਜੀ ਏਜੰਟ ਵੀ ਹੁਣ ਕੀ ਕਰੀਏ, ਦੁਖੀ ਕਰ ਗਏ ਜੀ। ਨਹੀਂ ਹਰ ਬੰਦਾ ਪਰੇਸ਼ਾਨ ਹੈ ਯਾਰ। ਤੂੰ ਤਾਂ ਸ਼ੁਕਰ ਕਰ ਤੇਰੇ ਕੋਲ ਵੀਜ਼ਾ। ਲੋਕਾਂ ਨੂੰ 1.5 ਸਾਲ ਹੋ ਗਏ ਪੈਸੇ ਤਾਰ ਕੇ ਬੈਠੇ ਆ, ਰਿਜ਼ਲਟ ਹੀ ਨਹੀਂ ਆਉਂਦਾ ਪਿਆ। ਸਰ ਮੇਰਾ ਵੀ 1 ਸਾਲ 'ਚ ਵੀਜ਼ਾ ਆਇਆ ਜੀ, ਬਹੁਤ ਔਖਾ। ਮੈਂ ਬਹੁਤ ਡਿਪਰੈਸ਼ਨ 'ਚ ਰਹਿੰਦਾ ਸੀਗਾ ਜੀ। ਹੁਣ ਮਾੜਾ ਹੁਣ ਤਾਂ ਠੀਕ ਹੋਇਆ ਸੀਗਾ ਜੀ। ਹਾਂਜੀ ਹੁਣ ਟਿਕਟ ਵਾਲਿਆਂ ਨੇ ਡੋਬਤੇ ਜੀ। ਜਿਹੜੀ ਮੇਰੀ ਟਿਕਟਾਂ ਵਾਲਿਆਂ ਨਾਲ ਗੱਲ ਹੋਈ ਅੱਜ, ਮੈਨੂੰ ਇੱਕ ਨੇ ਇਹੀ ਕਿਹਾ ਵੀ 10 ਅਗਸਤ ਦੀ ਟਿਕਟ ਮਿਲਦੀ ਹੈ। ਹਾਂਜੀ 2 ਲੱਖ ਰੁਪਏ ਦੀ ਟਿਕਟ ਮਿਲਦੀ ਵੀ ਮੈਕਸੀਕੋ ਦਾ ਨਹੀਂ। ਸਰ ਨਾਲੇ ਕਹਿੰਦੇ ਵੀ ਮੈਕਸੀਕੋ 'ਚ ਕੇਸ ਵਧਣ ਲੱਗ ਗਏ। ਵਧਣ ਲੱਗ ਪਏ। ਹੁਣ ਸਾਡੇ ਕੋਲ 4 ਸਟੂਡੈਂਟ ਹੈਗੇ ਤੇਰੇ ਵਰਗੇ, ਉਹ ਟਿਕਦੇ ਹੀ ਨਹੀਂ ਪਏ। ਅਗਲਾ ਕਹਿੰਦਾ ਚੜਾ ਦਿਓ, ਕੋਈ ਨਹੀਂ ਮੇਰੀ ਜ਼ਿੰਮੇਵਾਰੀ ਹੈ। ਸਰਬੀਆ ਜਾਣ ਦਾ ਫਾਇਦਾ ਹੀ। ਉਹ ਯਾਰ ਪਿੱਛੇ ਜੀ ਉਹਨਾਂ ਨੇ ਖਰਾਬ ਬਹੁਤ ਕੀਤੇ, ਜਿਹੜੇ ਹਫਤੇ ਲਈ ਕੁਆਰੰਟਾਈਨ ਕਰਾ ਲਏ ਨਾ ਬੱਚੇ। ਹਾਂ ਜੀ ਹਾਂ, ਹਫਤਾ ਹਾਂ ਤੇ ਉਹ ਤਾਂ ਬੜਾ ਔਖਾ ਆ ਮੇਰਾ ਵੀਰ। ਨਾ ਤਾਂ ਰੋਟੀ ਮਿਲਦੀ ਉੱਥੇ। ਲੱਗ ਰਹੀ ਹਾਂ 18 ਤਰੀਕ ਨੂੰ ਫਸਿਆ ਜੀ ਉਹ। ਹਾਂ ਕੋਈ ਫਾਇਦਾ ਨਹੀਂ ਹੈਗਾ। ਇੱਥੇ ਰਹੋ ਆਰਾਮ ਨਾਲ, ਮੁੜ ਕੇ ਕੱਲ ਨੂੰ ਤੰਗ ਕਰੂਗੇ। ਅੱਛਾ ਜੀ। ਹਾਂ ਨਾ ਮੇਰਾ ਵੀਰ, ਮੈਂ ਗਲਤੀ ਨਾ ਕਰੀ। ਪੈਸੇ ਦੀ ਕੋਈ ਗੱਲ ਨਹੀਂ, ਖੱਜਲ ਖਰਾਬੀ ਬਹੁਤ ਜ਼ਿਆਦਾ ਵਾ। ਚਲੋ ਰੱਬ ਨਾ ਕਰੇ, ਸੁਣ ਮੇਰੀ ਗੱਲ, ਰੱਬ ਨਾ ਕਰੇ ਤੈਨੂੰ ਰਸਤੇ 'ਚ ਕਿਤੇ ਕੋਵਿਡ ਹੋ ਗਿਆ, ਉਹਨਾਂ ਨੇ ਮੁੜ ਕੇ ਵੀਜ਼ਾ ਵੀ ਕੈਂਸਲ ਕਰ ਦੇਣਾ 에ਅਰਪੋਰਟ ਤੇ ਫਿਰ। ਅੱਛਾ ਜੀ, ਕੁਆਰੰਟਾਈਨ ਨਹੀਂ ਕਰਾਉਂਦੇ? ਅਗਲੇ ਨੇ ਕੁਆਰੰਟਾਈਨ ਤੇ ਬਾਅਦ 'ਚ ਉਹਨੇ ਕਹਿਣਾ ਤੂੰ ਝੂਠ ਬੋਲ ਕੇ ਆ ਗਿਆ ਸਾਨੂੰ। ਅੱਛਾ ਜੀ। ਉਹ ਐਵੇਂ ਹੋਰ ਚੱਕਰਾਂ 'ਚ ਪਵਾਂਗੇ ਨਾ ਮੇਰਾ ਵੀਰ, ਹਜੇ ਨਾ ਜਾ ਕਿਤੇ ਵੀ। ਠੀਕ ਹੈ ਜੀ। ਠੀਕ ਹੈ, ਓਕੇ, ਧੰਨਵਾਦ। ਓਕੇ, ਬਹੁਤ ਬਹੁਤ ਧੰਨਵਾਦ। ਧੰਨਵਾਦ। ਹਰ ਇੱਕ ਸਟੂਡੈਂਟ ਅੱਜ ਜਾਣਨਾ ਚਾਹੁੰਦਾ ਵੀ ਮੇਰੇ ਨਾਲ ਕੀ ਬਣੇਗਾ। ਮੈਂ ਪਰਸਨਲੀ 4 ਸਟੂਡੈਂਟ ਦੇ ਨਾਲ ਇਨ ਟੱਚ ਹਾਂ ਜਿਨ੍ਹਾਂ ਦੇ ਵੀਜ਼ੇ ਲੱਗੇ ਪਏ ਆ। 4-4 ਮਹੀਨਿਆਂ ਤੋਂ ਬੱਚੇ ਟਿਕਟ ਬਣਾਉਣ ਦੀ ਕੋਸ਼ਿਸ਼ ਕਰਦੇ ਪਏ ਆ। 4-4 ਵਾਰੀ ਟਿਕਟ ਐਕਸਟੈਂਡ ਹੋ ਚੁੱਕੀ ਹੈ। ਹੁਣ ਬੱਚਾ ਨਹੀਂ ਟਿਕਦਾ ਪਿਆ, ਅਗਲਾ ਕਹਿੰਦਾ ਮੈਨੂੰ ਭੇਜੋ, ਤੁਸੀਂ 3rd ਕੰਟਰੀ ਦੇ ਰੂਟ ਤੋਂ ਭੇਜ ਦਿਓ। ਕਿੱਦਾਂ ਭੇਜ ਦਈਏ ਸਰਬੀਆ ਵੱਲੋਂ, ਕਿੱਦਾਂ ਕਿਸੇ ਨੂੰ ਮੈਕਸੀਕੋ ਵੱਲ ਦੀ ਜਾਣ ਦੀ ਕਹਿ ਦਈਏ। ਕੱਲ੍ਹ ਨੂੰ ਜੇ 에ਅਰਪੋਰਟ ਦੇ ਉੱਤੇ ਕੋਈ ਕੁਐਸਚਨਿੰਗ ਹੋ ਜਾਂਦੀ ਹੈ, ਬੱਚਾ ਜਵਾਬ ਨਹੀਂ ਦਿੰਦਾ, ਗੱਲ ਕਿਹਦੇ ਤੇ ਆਣੀ? ਗੱਲ ਫਿਰ ਏਜੰਟ ਤੇ ਆਣੀ ਕਿ ਏਜੰਟ ਨੇ ਸਹੀ ਗਾਈਡ ਨਹੀਂ ਕੀਤਾ। ਅੱਜ ਬੱਚੇ ਨੂੰ ਕਹਿ ਰਹੇ ਆ ਟਿਕ ਜਾ, ਟਿਕ ਜਾ। ਕਿੰਨੀ ਦੇਰ ਟਿਕ ਜੂਗਾ ਬੱਚਾ ਵੀ? ਹਰ ਮਹੀਨੇ ਟਰੈਵਲ ਬੈਨ ਐਕਸਟੈਂਡ ਹੋ ਰਿਹਾ 5 ਵਾਰੀ ਐਕਸਟੈਂਡ ਹੋ ਚੁੱਕਾ ਹਜੇ ਤੱਕ। ਮੇਰੀ ਲਾਸਟ ਬੱਚਿਆਂ ਨੂੰ ਇਹੀ ਹਦਾਇਤ ਹੋਏਗੀ ਕਿ 21 ਅਗਸਤ ਤੱਕ ਤੁਸੀਂ ਦੇਖ ਲਓ, ਕਿਉਂਕਿ 21 ਅਗਸਤ ਨੂੰ ਵੀ ਹੁਣ ਕੋਈ ਲੰਬਾ ਚੌੜਾ ਟਾਈਮ ਨਹੀਂ ਰਹਿ ਗਿਆ। ਜਿੱਥੇ ਇੰਨੇ ਦੇ ਲੰਘੇ, ਹੋਰ ਵੀ 22 ਦਿਨ ਦੀ ਗੱਲ ਹੈ। ਜੇ 21 ਅਗਸਤ ਤੋਂ ਵੀ ਵੱਧਦਾ ਅੱਗੇ ਟਰੈਵਲ ਬੈਨ, ਫਿਰ ਜ਼ਰੂਰ ਤੁਸੀਂ 3rd ਕੰਟਰੀ ਵਾਲਾ ਰੂਟ ਲੈ ਲਿਓ। ਇੱਕ ਵਾਰੀ ਲਾਸਟ ਟਰਾਈ ਜ਼ਰੂਰ ਦੇਖ ਲਿਓ। ਇਹ ਨਾ ਹੋਵੇ 2.5-3 ਲੱਖ ਰੁਪਏ ਦੀ ਟਿਕਟ ਖਰਚ ਕੇ ਵੀ ਜਾਓ, ਕੱਲ੍ਹ ਨੂੰ ਅਗਲੇ ਤੁਹਾਨੂੰ ਉੱਧਰੋਂ ਵਾਪਸ ਭੇਜ ਦੇਣ। हेलो जी, सत श्रीकाल। सत श्रीकाल जी। जी विनय बोल रहे हैं जी। हाँ जी, हाँ जी विनय जी, आपने अभी लाइव में डाला था कि क्वेश्चन पूछ सकते हैं रिगार्डिंग। हाँ जी। सर ऐसा है कि मेरी फैमिली है, मैं 2 छोटी बच्चियां हैं अभी, एक 7th में है और एक नर्सरी में है। शायद अभी तो एडमिशन नहीं हुई, उसकी हो जाएगी। तो हम कनाडा की PR अप्लाई करना चाहते हैं, तो उसके लिए क्या फॉर्मेलिटी करेंगे? क्या नाम सर आपका? सर आशीष बोल रहा हूँ। आशीष जी, एज कितनी है आपकी? सर 37। और आपके वाइफ की? सर 36। 36। वाइफ भी ग्रेजुएट है, मेरा भी ग्रेजुएशन है। आशीष जी, PR लेने के लिए ना हमें एक्सप्रेस एंट्री का रूट लेना चाहिए होता है। नहीं, बिजनेस PR लेना चाहता हूं। बिजनेस PR में आपको सबसे पहले एक प्रोजेक्ट बनाना है कि आप कौन सा काम करना चाहते हैं कनाडा में। ओके जी। हर एक स्टेट की अपनी अपनी एक अलग अलग रिक्वायरमेंट होती है। आप एक प्रोजेक्ट स्टेटमेंट बनाते हैं। मेरा यहाँ पे करने का काम है, वहीं कहने का मतलब आपकी एक प्रोजेक्ट रिपोर्ट बनेगी जिसके बेस पे आप उनको बताएंगे कि आप वहाँ पे आके क्या काम करना चाहते हैं। तो सर कितने चार्जेस करते हैं कि कितने? सर ये 4 से 6 पैसे वहाँ जाके लगाने हैं, यहाँ से कुछ नहीं लगना आपका। पहले आपको सारे परिवार को वीज़ा मिलेगा, उसके बाद आपने पैसे लगाने हैं।
ये सारे काम को 4 से 6 महीने लगेंगे और इसमें डेढ़ से 2 करोड़ रुपए की इन्वेस्टमेंट है। अगर इतने पैसे आप खर्चना चाहते हैं, आपके सारे परिवार की 6 महीने में PR हो जाती है। लग जाएंगे सर, कोई बात नहीं सर, 1.5 करोड़ तक ला लांगे जी। ਤੁਸੀਂ ਬੋਲਦੇ ਕਿੱਥੋਂ ਜੇ? लुधियाने होगा जी। ਤੁਸੀਂ ਕਿਸੇ ਦਿਨ ਟਾਈਮ ਲੈ ਕੇ ਨਾ ਮੇਰੇ ਕੋਲ ਮੈਨੂੰ ਚੰਡੀਗੜ੍ਹ ਆਫਿਸ ਆ ਕੇ ਮਿਲਿਓ। ठीक है जी। ਮੈਂ ਤੁਹਾਨੂੰ 2 ਕੰਸਲਟੈਂਟ ਮਿਲਾਉਂਗਾ ਆਪਣੇ, ਜਿਹੜੇ ਤੁਹਾਨੂੰ ਸਾਰੀ ਡਿਟੇਲ ਦੇ ਦੇਣਗੇ। ਉਹ ਫਰਦਰ ਤੁਹਾਡਾ ਕੈਨੇਡਾ 'ਚ ਲਾਇਰ ਦੇ ਕੋਲੋਂ ਕੇਸ ਪ੍ਰੋਸੈਸ ਕਰਾਵਾਂਗੇ। ਇਹ ਸਾਰਾ ਕੰਮ 6 ਮਹੀਨੇ ਦਾ ਵਾ। ਇਹਦੇ 'ਚ ਪੈਸੇ ਲਾਸਟ ਸਟੇਜ ਤੇ ਲੱਗਦੇ ਔਰ ਤੁਸੀਂ ਜਾ ਕੇ ਲਾਣੇ ਆ ਉੱਥੇ। ठीक है जी। ਜਿਸ ਲਾਇਰ ਨੇ ਕੰਮ ਕਰਨਾ ਹੈ, ਜਿਹੜੀ ਟੀਮ ਨੇ, ਉਹਨਾਂ ਨੇ ਤੁਹਾਡੇ ਕੋਲ $20-25 ਹਜ਼ਾਰ ਲੈਣਾ ਹੈ ਸਾਰਾ ਕੰਮ ਕਰਨ ਦਾ। कैनेडियन या ਕੈਨੇਡੀਅਨ 20 ਤੋਂ $25,000 ਲੋਕਾਂ ਨੇ ਪੈਸੇ ਲੈ ਜਾਣੇ ਤੁਹਾਡੇ ਕੋਲੋਂ ਇਹ ਕੰਮ ਕਰਨ ਦਾ। ਬਟ ਤੁਹਾਨੂੰ ਸਾਰੇ ਪਰਿਵਾਰ ਨੂੰ ਕਾਗਜ਼ ਮਿਲ ਜੂਗੇ ਜੀ ਇਹਦੇ। ठीक है सर, वैसे तो फिर बाकी ਜਿਹੜੀ ਆਪਾਂ ਉੱਥੇ ਇਨਵੈਸਟਮੈਂਟ ਕਰਦੇ ਹਾਂ ਉਹ ਸੇਮ ਟਾਈਮ 'ਚ ਵਾਪਸ ਆ ਜਾਂਦੀ ਹੈ ਜਾਂ ਕਿਸ਼ਤਾਂ 'ਚ ਵਾਪਸ ਉਹ ਤੁਹਾਡੇ ਆਪਣੇ ਪੈਸੇ ਹੈ ਜੀ। ਤੁਸੀਂ ਆਪ ਕੋਈ ਕਾਰੋਬਾਰ ਖਰੀਦ ਲਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਜੀ। ਅੱਛਾ ਜੀ। ਤੁਸੀਂ ਆਪ ਜਾ ਕੇ ਪੈਸੇ ਲਾਣੇ ਆ ਜੀ ਉੱਥੇ। 15 ਲੱਖ ਦੇ ਵਿੱਚ ਆਪਾਂ ਆਪਣੀ ਸਾਰੀ ਫੈਮਿਲੀ ਨੂੰ PR ਲੈ ਕੇ ਉੱਥੇ ਜਾ ਸਕਦੇ ਹਾਂ ਜੀ, ਸਾਰੇ ਪਰਿਵਾਰ ਦੇ ਇੰਨੇ ਕੁ ਪੈਸੇ ਲੱਗਣੇ ਆ। ਬਾਕੀ ਉੱਥੇ ਜਾ ਕੇ ਇਨਵੈਸਟਮੈਂਟ ਹੈ ਉਹ ਤੁਸੀਂ ਦੇਖਣਾ, ਤੁਹਾਨੂੰ ਜਿਹੜਾ ਕੰਮ ਚੰਗਾ ਲੱਗੂਗਾ ਤੁਸੀਂ ਉਹਦੇ ਚ ਲਾਣੇ ਆ ਜੀ। ਪੱਕੇ ਦੇ ਪੈਸੇ ਚਾਹੀਦੇ ਹੁੰਦੇ ਸਰ, ਕਿੱਥੇ ਦੇ ਚਾਹੀਦੇ ਹੁੰਦੇ? ਤੁਹਾਡੀ ਨੈਟਵਰਥ ਹੋਣੀ ਚਾਹੀਦੀ ਹੈ ਜੀ। ਤੁਹਾਡੇ ਕੋਲ ਮਿਨੀਮਮ $2 ਲੱਖ ਦੀ ਮੰਗਦੇ ਆ। $2 ਲੱਖ ਬਣ ਜਾਂਦਾ $1.25 ਕਰੋੜ ਰੁਪਇਆ। ਇੰਨੇ ਕੁ ਪੈਸਿਆਂ ਦਾ ਤੁਹਾਡੇ ਕੋਲ ਵਾਈਟ ਦੇ ਵਿੱਚ ਅਰੇਂਜਮੈਂਟ ਹੋਣਾ ਚਾਹੀਦਾ। ਇਹਦੀ ਇੱਕ ਰਿਪੋਰਟ ਬਣਦੀ ਹੈ, ਇਸ ਤੋਂ ਬਾਅਦ ਕੰਮ ਹੋਣਾ। ਤੁਸੀਂ ਜਿੱਦਣ ਆਉਣਾ ਇੱਕ ਦਿਨ ਪਹਿਲਾਂ ਇਸ ਨੰਬਰ ਤੇ ਕਾਲ ਕਰਕੇ ਮੈਨੂੰ ਚੰਡੀਗੜ੍ਹ ਦਾ ਟਾਈਮ ਰੱਖ ਲਿਓ ਜੀ। ਠੀਕ ਹੈ ਠੀਕ ਹੈ ਜੀ, ਧੰਨਵਾਦ ਜੀ। ਧੰਨਵਾਦ। ਬਹੁਤ ਸਾਰੇ ਕੇਸ ਨੇ ਅੱਜ, ਬਹੁਤ ਸਾਰੀਆਂ ਦਿੱਕਤਾਂ ਲੋਕਾਂ ਨੂੰ। ਕਿਸੇ ਨੇ ਪਰਿਵਾਰ ਦੇ ਨਾਲ ਜਾਣਾ, ਕਿਸੇ ਨੇ ਬੱਚੇ ਦੇ ਨਾਲ ਜਾਣਾ, ਕਿਸੇ ਨੇ ਪਤੀ ਦੇ ਨਾਲ ਜਾਣਾ। ਤੁਹਾਡਾ ਵੀ ਕੋਈ ਕੰਮ ਰੁਕਿਆ ਹੋਇਆ, ਮੈਨੂੰ ਕਾਲ ਕਰੋ। ਜਿੰਨੀ ਕੁ ਮੈਨੂੰ ਨੌਲੇਜ ਹੈ ਤੁਹਾਨੂੰ ਉਨੀ ਕੁ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੂੰਗਾ। ਹੈਲੋ ਜੀ, ਸਤਿ ਸ਼੍ਰੀ ਅਕਾਲ। हेलो। हाँ जी, विनय बोल रहे हैं जी। दसो की जानना चाहते हो? हाँ जी सर, सत श्री अकाल। सत श्री अकाल जी। सर फैमिली वीज़ा कंफर्म करना सीगा कैनेडा का, कदों ओपन हो रहा वीज़ा लग रहा है? मैं समझ, फैमिली वीज़ा किनू समझते हो तुसी? केड़ा फैमिली वीज़ा लवाना चाहते तुसी? सर टूरिस्ट वीज़ा विद फैमिली। अच्छा, टूरिस्ट वीज़ा हजे बंद है जी बॉर्डर, हजे टूरिस्ट का कोई कोर्स नहीं शुरू होया जी। हजे 6 महीने साल लगूगे जी इनू जी। जी धन्यवाद जी। हर किसी का स्टूडेंट का आपका सवाल है, माता पिता का आपका सवाल है। रीसेंट चेंजिस हुई हैं पिछले 3-4 दिन तक। 3-4 दिनों के विच माता पिता और दादा दादी दी एप्लीकेशनां खुलियां। तुहाडे पेरेंट्स या तुहाडे ग्रैंड पेरेंट्स जिहड़े इंडिया च रहिंदे ने, उन्हां दी एप्लीकेशनां दी मंग की गई है कैनेडियन सरकार वालों। हर दूजे चौथे दिन कोई ना कोई नवी स्टेटमेंट आती है मिनिस्टर्स की, कोई ना कोई नवी चीज़ के उत्ते अनाउंसमेंट होती है। जिहड़े 2-3 दिन पहलां दे असीं इन्हां दी स्टेटमेंट देख रहे हैं, उहदे च यही सामने आया भी माता पिता और दादा दादी जे कोई तुहाडे ने ग्रैंड पेरेंट्स ने, तुसीं उन्हां नूं पक्के तौर पर बुलाना चाहते हो, उहदियां एप्लीकेशनां भी खुलियां गईयां। इहदा टाइम टू टाइम हर एक कैटेगरी नूं कैनेडा वैलकम करता। ਅਸੀਂ स्टूडेंट वीज़ा कैटेगरी च डील करते हैं। तुहाडू पढ़ाई संबंधित कोई सवाल है तुहाडा, तुसी आपदे बच्चे दे नाल जाना चाहते हो, तुसी आपदे पति दे नाल जाना चाहते हो जां पत्नी दे नाल जाना चाहते हो। पढ़ाई का वीज़ा है जिहदे च पढ़न वाले स्टूडेंट नूं 20 घंटे काम करना हुंदा, जिहड़ा उहदे नाल जा रहा फुल टाइमली काम कर सकदा है। इस तरीके नाल ये फैमिली वीज़ा भी बन जाता है। इस तरीके नाल इहदे च बच्चे भी जा सकते हैं। कोई भी इहदे नाल रिलेटेड तुहानूं सवाल है, तुसीं हुणे ही कॉल कर सकते जी। हैलो जी, सत श्री अकाल। हाँ जी विनय हरी जी, की हाल है जी? ठीक है जी। नाम दसो अपना। मैं डिस्ट्रिक्ट गुरदासपुर तो हो रहा जी, कुलजीत सिंह जी। की जानना चाहते हो? मैं जानना चाहना जी कि मैं ना परिवार थोड़ा वेल सेटल्ड हाँ, गवर्नमेंट जॉब है, मियाँ बीवी को दोनों को साडे कोल। हाँ जी। तो मेरे मन से थोड़ी इच्छा सी कि PR अप्लाई किया जाए लॉन्ग टर्म बेसिस पे, कि चलो अज नहीं तो 5-7-10 सालों में जो बनता। हाँ जी। इधर रिगार्डिंग मेरी क्वेरी सी कि स्कोप्स ने ते मतलब ਉਹਦੇ ਬਾਰੇ थोड़ी जानकारी मैं चाहता सी। उम्र ਤੁਹਾਡੀ 30 साल तो घट है? नहीं जी, मेरी
ਉਮਰ 34 ਕੁ ਸਾਲ ਦੇ ਕਰੀਬ ਹੈ ਜੀ। ਤੁਹਾਡੇ ਵਾਈਫ ਦੀ 30 ਤੋਂ ਘੱਟ ਹੈ? ਨਹੀਂ, ਉਹ ਵੀ 33 34 ਦੇ ਕਰੀਬ ਉਹ ਵੀ ਨਹੀਂ। ਤੁਹਾਡੇ ਕੋਲ ਇੱਕੋ ਹੀ ਰਸਤਾ ਬਚਦਾ ਵਾ ਕਿ ਜਾਂ ਤਾਂ ਤੁਸੀਂ ਉੱਥੋਂ ਕਿਸੇ ਕੋਲ ਨੌਕਰੀ ਲੈ ਲਓ, ਕੋਈ ਤੁਹਾਨੂੰ ਜੌਬ ਤੇ ਰੱਖ ਲਵੇ। ਠੀਕ ਹੈ। ਤੁਹਾਨੂੰ ਉੱਥੋਂ ਕੈਨੇਡਾ ਤੋਂ ਜੌਬ, ਮੇਰੀ ਗੱਲ ਪਹਿਲਾਂ ਖਤਮ ਹੋਣ ਦਿਓ ਮੈਨੂੰ। ਜੀ ਜੀ ਜੀ। ਤੁਸੀਂ ਉੱਥੋਂ ਕਿਸੇ EMPLOYER ਦੇ ਕੋਲੋਂ ਜੌਬ ਲੈ ਕੇ ਜੀ। ਉਹ ਜੌਬ ਦੇ ਬੇਸ ਤੇ ਆਪਦੀ PR ਪਾ ਸਕਦੇ ਹੋ। ਠੀਕ ਹੈ ਜੀ। ਜਾਂ ਤੁਸੀਂ ਉੱਥੇ ਕੋਈ ਕਾਰੋਬਾਰ ਖਰੀਦ ਕੇ ਆਪਦੀ PR ਪਾ ਸਕਦੇ ਹੋ। ਠੀਕ ਹੈ। ਇਹ ਦੋ ਹੀ ਰਸਤੇ ਨੇ ਤੁਹਾਡੇ ਕੋਲ। ਜਿਵੇਂ ਕੋਈ ਕਾਰੋਬਾਰ ਕੋ ਖਰੀਦ ਕੇ ਕੋਈ PR ਪਾਉਣੀ ਹੋਵੇ ਆਪਾਂ, ਹਾਂਜੀ, ਉਹਦੇ ਰਿਗਾਰਡਿੰਗ ਕੋਈ ਕੰਸਲਟੈਂਸੀ ਸਰਵਿਸਿਜ਼ ਤੁਹਾਡੀ ਤਰਫੋਂ ਹੋ ਸਕਦੀਆਂ ਨੇ? ਹਾਂਜੀ, ਮੈਂ ਸਾਰਾ ਅਰੇਂਜਮੈਂਟ ਕਰ ਦੂੰਗਾ। ਉਹਦੇ 'ਚ ਕੀ ਹੁੰਦਾ, ਤੁਸੀਂ ਜਿਹੜਾ ਵੀ ਇੰਡੀਆ 'ਚ ਵਪਾਰ ਕਰਦੇ ਹੋ, ਜਿਸ ਚੀਜ਼ ਦੀ ਤੁਹਾਨੂੰ ਨੌਲੇਜ ਹੈ ਉਹਦੇ ਨਾਲ ਰਿਲੇਟਿਡ ਤੁਸੀਂ ਇੱਕ ਪ੍ਰੋਜੈਕਟ ਰਿਪੋਰਟ ਬਣਾਉਂਦੇ ਹੋ ਵੀ ਤੁਸੀਂ ਕੈਨੇਡਾ ਦੇ ਵਿੱਚ ਆ ਕੰਮ ਕਰਨਾ ਚਾਹੁੰਦੇ ਹੋ। ਮੈਂ ਰੀਸੈਂਟਲੀ ਗੁਰਦਾਸਪੁਰ ਦੇ ਵਿੱਚ ਮੇਰਾ 200 ਗਾਵਾਂ ਦਾ ਹਰਡ ਹੈ, ਮੇਰੇ ਕੋਲ ਡੇਅਰੀ ਫਾਰਮ ਹੈ, ਵੈਲ ਸੈਟਲਡ ਜੀ। ਤੇ ਮੈਂ ਇਹਦੇ 'ਚ ਵੀ ਮਤਲਬ ਪਹਿਲੋਂ ਮੇਰੇ ਕੋਲ ਹੈਗਾ ਤਜਰਬਾ। ਸੈਕੰਡਲੀ ਮੈਂ ਖੇਤੀਬਾੜੀ ਵੀ ਕਰ ਰਿਹਾ, 25-30 ਕਿੱਲੇ ਦੇ ਕਰੀਬ ਖੇਤੀਬਾੜੀ ਵੀ ਹੁਣ ਚੱਲ ਰਹੀ ਹੈ ਜੀ, ਉਹਦਾ ਵੀ ਤਜਰਬਾ ਹੈ। ਤੋ ਇਹਦੇ ਰਿਗਾਰਡਿੰਗ ਇੱਕ ਤਾਂ ਇਹ ਸੀਗਾ। ਸੈਕੰਡਲੀ ਮੇਰੇ ਮਨ 'ਚ ਇੱਕ ਸੀਗਾ ਕਿ ਜਿਹੜਾ 10 ਈਅਰ ਉਹ ਮਲਟੀਪਰਪਜ਼ ਵੀਜ਼ਾ ਹੈ, ਹਾਂਜੀ, ਇਹ ਅੱਜ ਖਰਚਾ ਆ ਜਾਂਦਾ ਸਾਡਾ ਲੈਣ ਦੇ ਵਿੱਚ। ਇਹਦੇ ਕੀ ਸਕੋਪਸ ਨੇ? ਜਿਵੇਂ ਆਪਣਾ ਸਾਰਾ ਡਾਟਾ ਦੱਸਿਆ ਹੋਇਆ। ਇਹਦੀ $150 ਫੀਸ ਹੁੰਦੀ ਹੈ ਜੀ, 10,000 ਰੁਪਈਆ ਲੱਗਦਾ। ਠੀਕ ਹੈ। ਇਹ 10,000 ਰੁਪਏ 'ਚ ਤੁਹਾਡੇ ਪਾਸਪੋਰਟ ਤੇ 10 ਸਾਲ ਦਾ ਵੀਜ਼ਾ ਲੱਗ ਜਾਂਦਾ। ਇਸ ਵੀਜ਼ੇ ਤੇ ਕੰਮ ਕਰਨ ਦਾ ਤੁਹਾਨੂੰ ਅਧਿਕਾਰ ਨਹੀਂ ਹੁੰਦਾ। ਠੀਕ ਹੈ ਜੀ। ਤੁਸੀਂ 6 ਮਹੀਨੇ ਤੋਂ ਵੱਧ ਕੈਨੇਡਾ 'ਚ ਰਹਿ ਨਹੀਂ ਸਕਦੇ, ਤੁਸੀਂ ਉੱਥੇ ਕੋਈ ਕੰਮ ਨਹੀਂ ਕਰ ਸਕਦੇ। ਓਕੇ। ਇਹ ਵੀਜ਼ਾ ਲੈਣ ਵਾਸਤੇ ਜੋ ਤੁਹਾਡੇ ਕੋਲ ਕਾਰੋਬਾਰ ਹੈ, ਜੋ ਤੁਹਾਡੀ ਨੌਕਰੀ ਹੈ, ਜੋ ਤੁਹਾਡੇ ਕੋਲ ਬੈਂਕ ਬੈਲੈਂਸ ਹੈ, ਇਹ ਸਾਰੇ ਕਾਗਜ਼ ਲੱਗਦੇ ਆ। ਠੀਕ ਹੈ ਜੀ। ਔਰ ਜਿੱਦਾਂ ਦਾ ਤੁਸੀਂ ਪ੍ਰੋਫਾਈਲ ਦੱਸਿਆ, ਤੁਹਾਡੇ ਵਰਗੇ ਲੋਕਾਂ ਦੇ ਵੀਜ਼ਾ ਰਿਫਿਊਜ਼ ਨਹੀਂ ਹੁੰਦਾ, ਆਰਾਮ ਨਾਲ ਲੱਗ ਜਾਂਦਾ ਜੀ। ਠੀਕ ਹੈ। ਬਟ ਇਹ ਕੰਮ ਇਸ ਟਾਈਮ ਬੰਦ ਹੈ, ਹਜੇ 2 ਮਹੀਨੇ ਤੁਸੀਂ ਅਪਲਾਈ ਨਹੀਂ ਕਰਨਾ। ਇੱਕ ਵਾਰ ਸਾਰਾ ਠੀਕ ਹੈ। ਮਾਹੌਲ ਠੀਕ ਹੋਣ ਦਿਓ, ਸਤੰਬਰ ਅਕਤੂਬਰ ਦੇ ਆਸ-ਪਾਸ ਫਿਰ ਅਪਲਾਈ ਕਰਿਓ। ਔਰ ਤੁਹਾਡੀ ਇੱਥੇ ਕੰਸਲਟੈਂਸੀ ਸਰਵਿਸ ਗੁਰਦਾਸਪੁਰ ਦੇ ਨੇੜੇ ਤੇੜੇ? ਨਹੀਂ ਸਰ, ਨਹੀਂ, ਸਾਡਾ ਜਲੰਧਰ ਤੇ ਚੰਡੀਗੜ੍ਹ ਹੀ ਹੈ ਜੀ ਦਫ਼ਤਰ। ਜੀ, ਤੁਸੀਂ ਜਦੋਂ ਕਦੀ ਕੰਮ ਕਰਨਾ ਇਸ ਨੰਬਰ ਤੇ ਕਾਲ ਕਰਕੇ ਮੇਰਾ ਟਾਈਮ ਰੱਖ ਲਿਓ ਚੰਡੀਗੜ੍ਹ ਦਾ, ਮੈਨੂੰ ਮਿਲ ਲਿਓ ਆ ਕੇ, ਆਪਾਂ ਸਾਰਾ ਕੰਮ ਤੁਹਾਨੂੰ ਗਾਈਡ ਕਰਕੇ ਸ਼ੁਰੂ ਕਰਾ ਦੇਵਾਂਗੇ ਜੀ। ਠੀਕ ਹੈ ਜੀ, ਧੰਨਵਾਦ ਜੀ। ਬਹੁਤ ਸਾਰੇ ਲੋਕ ਬਾਹਰ ਜਾਣਾ ਚਾਹੁੰਦੇ ਨੇ, ਬਟ ਦਿੱਕਤ ਇਹ ਆ ਜਾਂਦੀ ਆ, ਸਹੀ ਡਾਕੂਮੈਂਟੇਸ਼ਨ ਨਹੀਂ ਹੁੰਦੀ। ਤੁਸੀਂ ਜੋ ਵੀ ਕਾਰੋਬਾਰ ਕਰਦੇ ਹੋ, ਤੁਹਾਨੂੰ ਜਿੰਨੀ ਵੀ ਤਰ੍ਹਾਂ ਦੀ ਆਮਦਨ ਦੇ ਸੋਰਸ ਨੇ, ਤੁਸੀਂ ਐਜ਼ ਏ ਸਰਕਾਰੀ ਮੁਲਾਜ਼ਮ ਕਿਸੇ ਜਗ੍ਹਾ ਤੇ ਕੰਮ ਕਰਦੇ ਹੋ, ਬਟ ਨਾਲ ਤੁਹਾਨੂੰ 4 ਜਗ੍ਹਾ ਤੋਂ ਕਿਰਾਇਆ ਵੀ ਆਉਂਦਾ ਵਾ, ਤੁਹਾਡੇ ਕੋਲ ਪੈਲੀ ਵੀ ਆਪਦੀ, ਤੁਹਾਡੀ ਕੁਝ ਨਾਲ ਦੁਕਾਨਦਾਰੀ ਵੀ ਚੱਲਦੀ ਹੈ, ਤੁਸੀਂ ਇਹ ਸਾਰੇ ਸੋਰਸ ਦਿਖਾਣੇ ਐਮਬੈਸੀ ਨੂੰ। ਕਦੀ ਵੀ ਕੋਈ ਚੀਜ਼ ਤੁਸੀਂ ਲੁਕਾਉਣੀ ਨਹੀਂ। ਜਦੋਂ ਤੁਸੀਂ ਵਲੰਟਰੀ ਸਾਰੀਆਂ ਚੀਜ਼ਾਂ ਡਿਕਲੇਅਰ ਕਰਦੇ ਜੇ, ਤੁਸੀਂ ਵੀਜ਼ੇ ਤੱਕ ਸੌਖੇ ਪਹੁੰਚ ਜਾਂਦੇ ਹੋ। ਜਦੋਂ ਤੁਸੀਂ ਇੱਕ ਚੀਜ਼ ਨੂੰ ਲੁਕੋ ਲੈਂਦੇ ਹੋ, ਉਹ ਫਿਰ ਤੁਹਾਨੂੰ ਸਾਰੀ ਜ਼ਿੰਦਗੀ ਖਰਾਬ ਕਰਦੀ ਹੈ। ਅੱਜ ਤੁਸੀਂ ਅਮਰੀਕਾ ਦਾ ਵੀਜ਼ਾ ਅਪਲਾਈ ਕਰ ਲਿਆ, ਤੁਸੀਂ ਉਹਦੇ 'ਚ ਆਪਣੀ ਵਾਈਫ ਨੂੰ ਹਾਊਸ ਵਾਈਫ ਦਿਖਾਤਾ। ਜੇ ਸਵੇਰੇ ਤੁਸੀਂ ਕੈਨੇਡਾ ਦੀ ਫਾਈਲ ਅਪਲਾਈ ਕਰਕੇ ਉਹਦੇ 'ਚ ਉਹਨੂੰ ਟੀਚਰ ਦਿਖਾਤਾ, ਤਾਂ ਤੁਸੀਂ ਫੜੇ ਜਾਣਾ। ਅੱਜ ਸਾਰੀਆਂ ਕੰਟਰੀਆਂ ਦੇ ਵਿੱਚ ਡਾਟਾ ਸ਼ੇਅਰ ਹੁੰਦਾ, ਇਸ ਕਰਕੇ ਆਪ ਦੀ ਐਪਲੀਕੇਸ਼ਨ ਜਦੋਂ ਵੀ ਕਿਸੇ ਨੂੰ ਇਮੀਗ੍ਰੇਸ਼ਨ ਨੂੰ ਜਮ੍ਹਾਂ ਕਰਾਓ, ਜਿਹੜੀ ਵੀ ਕਿਸੇ ਐਮਬੈਸੀ ਨੂੰ ਫਾਈਲ ਲਾ ਰਹੇ ਹੋ, ਉਹਦੀ ਕਾਪੀ ਜ਼ਰੂਰ ਰੱਖਿਆ ਕਰੋ ਆਪਦੇ ਕੋਲ। ਤੁਹਾਡਾ ਪ੍ਰੋਫਾਈਲ ਅੱਜ ਡਿਜੀਟਲ ਹੋ ਚੁੱਕਾ। ਜਿਹੜੇ ਕਾਗਜ਼ ਇੱਕ ਵਾਰੀ ਤੁਹਾਡੇ ਚੜ੍ਹ ਜਾਂਦੇ ਆ ਕਿਸੇ ਐਮਬੈਸੀ ਨੂੰ, ਉਹ ਸਾਰਿਆਂ ਦੇ ਕੋਲ ਚਲੇ ਜਾਂਦੇ ਆ। ਇਹੀ ਪ੍ਰੋਬਲਮ ਸਟੱਡੀ ਵੀਜ਼ਾ ਦੇ ਵਿੱਚ ਆਉਂਦੀ ਬੱਚਿਆਂ ਨੂੰ। ਪਹਿਲਾਂ ਰਿਫਿਊਜ਼ਲ ਹੋਇਆ ਹੁੰਦਾ, ਪਹਿਲਾਂ ਬੱਚੇ ਨੇ ਗੈਪ ਦੇ ਵਿੱਚ ਕੁਝ ਹੋਰ ਦਿਖਾਇਆ ਹੁੰਦਾ। ਜਦੋਂ ਸਾਡੇ ਕੋਲ ਪਹੁੰਚਦਾ, ਸਾਨੂੰ ਦੱਸ ਦਿੰਦਾ ਜੀ ਉਹ ਕਾਗਜ਼ ਤਾਂ ਏਜੰਟ ਨੇ ਬਣਾਇਆ ਸੀਗਾ। ਜਿਹੜਾ ਇੱਕ ਵਾਰ ਤੁਹਾਡੀ ਫਾਈਲ 'ਚ ਡਾਕੂਮੈਂਟ ਲੱਗ ਗਿਆ, ਉਹਦੀ ਜ਼ਿੰਮੇਵਾਰੀ ਤੁਹਾਡੀ ਹੈ, ਕਿਸੇ ਏਜੰਟ ਦੀ ਨਹੀਂ ਹੈਗੀ। ਕੈਨੇਡੀਅਨ ਇਮੀਗ੍ਰੇਸ਼ਨ, ਕੈਨੇਡੀਅਨ ਐਮਬੈਸੀ ਜ਼ਿੰਮੇਵਾਰ ਉਸ ਨੂੰ ਸਮਝਦਾ ਜਿਹਦੀ ਫਾਈਲ ਹੈ। ਬੈਨੀਫੀਸ਼ਰੀ ਕੌਣ ਹੈ? ਫਾਇਦਾ ਕਿਹਨੂੰ ਹੋਣਾ ਸੀ? ਤੁਹਾਨੂੰ ਹੋਣਾ ਸੀ। ਕੈਨੇਡਾ ਵਾਲੇ ਜਹਾਜ਼ 'ਚ ਤੁਸੀਂ ਬਹਿਣਾ ਸੀ। ਇਸ ਕਰਕੇ ਤੁਸੀਂ ਕਦੀ ਨਹੀਂ ਇਹ ਕਹਿ ਸਕਦੇ ਕਿ ਮੇਰੀ ਫਾਈਲ 'ਚ ਏਜੰਟ ਵੱਲੋਂ ਨਕਲੀ ਕਾਗਜ਼ ਲਿਖਾ ਦਿੱਤਾ ਗਿਆ। ਜੇ ਤੁਹਾਡੀ ਫਾਈਲ 'ਚ ਕੋਈ ਗਲਤ ਕਾਗਜ਼ ਲੱਗਾ, ਉਹਦੇ ਜ਼ਿੰਮੇਵਾਰ ਤੁਸੀਂ ਹੋ। ਅਕਸਰ ਵੀਜ਼ਾ ਰਿਫਿਊਜ਼ ਹੋਣ ਦਾ ਰੀਜ਼ਨ ਕੀ ਹੁੰਦਾ? ਬੱਚਾ ਮਲਟੀਪਲ ਟਾਈਮਸ ਅਪਲਾਈ ਕਰਦਾ, ਔਰ ਮਲਟੀਪਲ ਟਾਈਮਸ ਦੇ ਵਿੱਚ ਵੱਖਰੀ ਵੱਖਰੀ ਪ੍ਰੋਫਾਈਲ ਦੇ ਉੱਤੇ ਅਪਲਾਈ ਕਰਦਾ।
ਕਿਸੇ ਐਪਲੀਕੇਸ਼ਨ 'ਚ ਤੁਸੀਂ ਆਪਦੇ ਆਪ ਨੂੰ ਟੀਚਰ ਦਿਖਾ ਰਹੇ ਹੋ, ਕਿਸੇ ਆਪਣੀ ਐਪਲੀਕੇਸ਼ਨ 'ਚ ਵਿਹਲੇ ਦਿਖਾ ਰਹੇ ਹੋ। ਇਹੀ ਰੀਜ਼ਨ ਹੁੰਦੇ ਆ ਕਿ ਅਕਸਰ ਬੱਚੇ ਰਿਫਿਊਜ਼ ਹੋ ਜਾਂਦੇ ਆ। ਤੁਹਾਡਾ ਵੀ ਸਟੱਡੀ ਵੀਜ਼ਾ ਨਾਲ ਕੋਈ ਸੰਬੰਧਿਤ ਸਵਾਲ ਹੈ, ਸਾਨੂੰ ਹੁਣੇ ਹੀ ਕਾਲ ਕਰੋ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ ਸਤਿ ਸ਼੍ਰੀ ਅਕਾਲ ਜੀ, ਵਿਨੇ ਬੋਲ ਰਹੇ ਜੀ, ਨਾਂ ਦੱਸੋ ਆਪਣਾ। ਹਾਂਜੀ ਜੀ, ਮਹਿੰਦਰ ਸਿੰਘ ਹੋ ਰਿਹਾ ਜੀ ਕਿੱਥੋਂ ਬੋਲਦੇ ਤੁਸੀਂ? ਜਲੰਧਰ ਤੋਂ ਜੀ, ਪੰਜਾਬ ਇੱਧਰ ਜਲੰਧਰ ਸਿਟੀ ਤੋਂ ਜੀ। ਜਲੰਧਰ ਸਿਟੀ ਤੋਂ ਕੀ ਜਾਣਨਾ ਚਾਹੁੰਦੇ ਹੋ? ਅਸੀਂ ਜਾਣ ਦਿੰਦੇ ਆ ਜਿੱਦਾਂ ਕੈਨੇਡਾ ਬਾਰੇ ਜੀ, ਸਪਾਂਸਰ ਜਿੱਦਾਂ ਕੋਈ ਮੰਗਵਾ ਜਿੱਦਾਂ ਕੋਈ ਭੇਜ ਹੋਏ ਤਾਂ ਵਿਜ਼ਟਰ ਵੀਜ਼ੇ ਤੇ ਜਾਣਾ ਚਾਹੁੰਦੇ ਆ ਜੀ। ਹਾਂਜੀ, ਇਹ ਬੰਦ ਹੈ ਜੀ ਹਜੇ ਕੰਮ, 4 ਕੁ ਮਹੀਨਿਆਂ ਤੱਕ ਸ਼ੁਰੂ ਹੋਏਗਾ, ਸਤੰਬਰ ਅਕਤੂਬਰ ਦੇ ਆਸ-ਪਾਸ, ਫਿਰ ਅਪਲਾਈ ਕਰ ਲਿਓ ਤੁਸੀਂ। ਤੇ ਹਾਂਜੀ ਤੇ ਕਿੰਨਾ ਕੁ ਬੈਂਕ ਬੈਲੈਂਸ ਹੋਣਾ ਚਾਹੀਦਾ ਜੀ, ਦਾ ਮਤਲਬ ਕਿ ਜਿੱਦਾਂ ਉਹ ਸਪਾਂਸਰ ਸਾਨੂੰ ਭੇਜ ਦੇਣਾ ਉੱਤੇ ਤੁਹਾਨੂੰ ਕੋਈ ਸਪਾਂਸਰ ਭੇਜ ਦੂਗਾ, ਤੁਹਾਡੇ ਬੈਂਕ 'ਚ 3-4 ਲੱਖ ਰੁਪਈਆ ਹੋਏਗਾ, ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਠੀਕ ਹੈ ਜੀ। ਤੇ ਠੀਕ ਹੈ। ITR ਕਿੰਨੀ ਜੀ? ITR ਜੋ ਮਿਨੀਮਮ ਆਪਾਂ ਭਰਦੇ ਹਾਂ 2-2.5 ਲੱਖ ਦੀ ਤਾਂ ਹੋਣੀ ਚਾਹੀਦੀ। ਠੀਕ ਹੈ ਜੀ। ਓਕੇ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। सर मैं दिल्ली से बात कर रहा हूँ। हाँ जी, बताइए जी, क्या जानना चाहते हैं? ये एक्चुअली सर मेरे को आपको मैंने रेफरेंस मिला था मेरे एक फ्रेंड से रिगार्डिंग फॉर द मैं कनाडा वीज़ा के लिए बात करना था। हाँ जी, बताइए क्या जानना चाहते हैं? मुझे एक्चुअली मेरा ऑलरेडी आइल्स से मैंने दिया हुआ है और मैं दुबई में एक रिटेल कंपनी में काम करता हूँ एज ए रिटेल स्टोर मैनेजर। मेरा कोड है NOC कोड 0621 ओके। और MBA किया हुआ है, एज मेरी 44 है, आइल्स दिया हुआ है मैंने और मेरा ECS भी हुआ हुआ है जी। क्या प्रॉबिलिटी है? वर्क परमिट मिल सकता है, विजिट वीजा मिल सकता है, क्या पॉसिबिलिटी है सर? सर आप जो चाहते हो मिल सकता है, बट हमारी दुकान पे सिर्फ स्टडी वीज़ा का काम होता है। अगर आपको स्टडी वीज़ा लगवाना है तो हम अच्छा। आपकी हेल्प कर पाएंगे, और हम लोग कोई काम नहीं करते जी। ये वर्क परमिट वगैरह का नहीं होता सर? नहीं, हम लोग करते नहीं, होता सब कुछ है जी। तो सर इसमें ये स्टडी परमिट मेरा ऑलरेडी मैं दिल्ली यूनिवर्सिटी से MBA किया था, काफी टाइम हो गया मेरे को। हाँ जी 20 से 22 साल हो गया, मेरा 44 इयर्स की एज है जी। तो मैं कैसे जस्टिफाई करूंगा इतना लंबा गैप? आपने जो किया हुआ है जी, उसी को आगे पढ़ने के लिए भेजेंगे आपको। आजकल क्या काम कर रहे हैं आप? मैं रिटेल लाइन में हूँ, रिटेल में मैनेजर हूँ। रिटेल जैसे बिग बाजार है ना, हाँ जी वगैरह है, हाँ जी तो बिग बाजार जैसी शॉप जो है बड़ी बड़ी शॉप है दुबई में, मैं उसका मैनेजर हूँ जी। आपको रिटेल के कोर्स में भेज देंगे। आप रिटेल से रिलेटेड किसी रिटेल कोर्स, मैंने ऑलरेडी किया हुआ है सर। सर आपने जो किया हुआ है उसकी रेलेवेंसी के साथ आपको किसी कोर्स में दाखिला मिलेगा। लेकिन सर मैंने वो देना पड़ेगा ना आइल्स अगेन। हाँ, आइल्स तो जनरल किया हुआ, आइल्स एकेडमिक नहीं है मेरा। नहीं, आइल्स जर्नल चल जाता है जी आज की डेट में। कोरोना में आइल्स जर्नल और एकेडमिक दोनों सेम कर दिए गए हैं। नहीं एक्चुअली मैंने उसमें भी पढ़ा था, मैंने जो इनकी वेबसाइट में भी पढ़ा था कि जो स्टूडेंट स्ट्रीम है जो मतलब मिडिल गर्ल्स से जाना चाहते हैं उनके लिए अलग प्रोसेसिंग है, हाँ इंडिया जी। के लिए अलग प्रोसेसिंग। शायद इसमें हो जाएगा मेरा। हाँ कितना जी। खर्चा आ जाएगा सर? इसकी 20,000 के आसपास फीस होती है जी, $20,000। 20,000 इसमें फीस इंक्लूड है सर? $20,000 फीस होती है जी वहाँ पे पढ़ने की, पढ़ाई के वीज़े की। तो सब मिला के 20,000 है या आपका खर्चा अलग है सर? नहीं नहीं, हमारा खर्चा अलग से है जी। जो फीस है वहाँ की वो $20,000 है जी। ठीक है सर, उसके लिए क्या प्रोसेस है? आपको अभी दुबई से अप्लाई करना है या आप इंडिया आके अप्लाई करेंगे? नहीं सर, मैं दुबई में ही हूँ। मैं रहने वाला मैं यमुना नगर का हूँ, लेकिन दिल्ली में रहता हूँ। हाँ जी बट मैं अभी दुबई में जॉब कर रहा हूँ। अभी 10-15 दिन पहले ही मैं आया हूँ। अभी कोविड की वजह से दोबारा पॉसिबल नहीं है सर। जी। आपको जब भी ये वीज़ा अप्लाई करना है, आपको इंडिया आके वीज़ा अप्लाई करना है। आप वहाँ से ये वीज़ा अप्लाई नहीं कर सकते, स्टडी वीज़ा। अगर आप वहाँ से अप्लाई करते हैं, अगर आप वहाँ से अप्लाई करते हैं, इसकी प्रोसेसिंग नॉन SDS में होगी। अगर इंडिया से आके अप्लाई करेंगे तो SDS में होगी। हाँ, फास्ट में होगी। उन लोगों का फास्ट में नहीं आता, इंडिया का आके apply सर होगा, फास्ट तो का fast मतलब में ये हो होता है कि उन्होंने बनाया ही SDS इसलिए है कि उन्होंने वीज़ा देना है उसमें।
अगर आपको वीज़ा लेना है तो आपको इंडिया चाहे 2 दिन के लिए आओ, आपको इंडिया आके मेडिकल इंडिया से कराना पड़ेगा, उसके बाद बायोमेट्रिक आप दुबई से करा सकते हैं। ठीक है सर, मैं एक्चुअली मुझे मेरे भाई ने नंबर दिया था, उन्होंने आपसे बात। आपका काम जरूर हो जाएगा जी, सर बहुत आपका काम हो जाएगा। मैं सोच रहा हूँ जी, आपको स्क्रीन के ऊपर ना मेरा 20,000 आप मेरा ईमेल आईडी पे मुझे अपना मेल कर दीजिए सारा प्रोफाइल, मैं सारा प्रोफाइल स्टडी करके आपको सारी इन्फॉर्मेशन भेज दूंगा, आपका एडमिशन कहाँ कहाँ हो सकता है। हाँ ठीक है सर, मैं ऐसा ही कर लेता हूँ। सर ये जो 20,000 जैसे आप अप्रोक्सीमेट बता रहे हो, ये वन टाइम देना पड़ेगा या फर्स्ट सेमेस्टर का फीस देना पड़ेगा सर? नहीं, ये वन टाइम देना पड़ेगा, ये 2 सेमेस्टर की फीस होगी जी। अच्छा, तो 1 साल का कोर्स है ये? हाँ, 1 साल के लिए आप पढ़ने जाएंगे, उसके बाद आपको वर्क परमिट मिल जाएगा, फिर आपकी PR हो जाएगी। ओहो ठीक है सर। सर जो ये अपना जैसे जो ये जैसे 1600 आवर्स के बाद या 1.5 साल के कोर्स के बाद ऐसा भी होता है ना सर, 3 साल का वीजा वो फ्री वर्क वीजा मिल जाता है? हाँ जी, हाँ जी। तो 1 साल का कोर्स है तो उसमें तो 1 साल के बाद आपको 1 साल का मिलता है, 2 साल की पढ़ाई के बाद आपको 3 साल का मिलता है। हाँ, मैं वही 2 साल की पढ़ाई करना चाह रहा हूँ, 1600 आवर्स की जो मैं आपको 1 साल का कोर्स दूंगा, मैं आपको 1 साल का कोर्स दूंगा जिसमें आपको पार्ट टाइम 20 आवर्स मिलेंगे। अगर आपकी 1 साल में सेटिंग नहीं बैठ रही होगी, आप दूसरा साल फिर दोबारा ले लेना वहाँ पे। अच्छा। और आइल्स की रिक्वायरमेंट क्या है सर उसमें? आपके 6.5 होने चाहिए, 6 ईच होने चाहिए। नहीं सर, मेरा 6.5 नहीं मिलेगा। हाँ, मैं जो झूठ बोलूं मैं आपसे। आप 6 ईच ले लीजिए, आपका काम हो जाएगा। 6 ईच के बिना नहीं हो पाएगा साहब। 5.5 और अच्छा चलिए ठीक है, मैं आपको ईमेल आईडी पे डॉक्यूमेंट भेज रहा हूँ सर। जी धन्यवाद। ਇਹ ਸਾਹਿਬ ਦੀ 44 ਸਾਲ ਉਮਰ ਸੀਗੀ, ਦੁਬਈ ਦੇ ਵਿੱਚ ਨੌਕਰੀ ਕਰਦੇ ਨੇ, ਦਿੱਲੀ ਯੂਨੀਵਰਸਿਟੀ ਤੋਂ MBA ਕੀਤਾ ਉਹਨਾਂ ਨੇ, ਬਟ ਰੈਗੂਲਰ ਹੈ ਜੌਬ ਇਹਨਾਂ ਦੀ। 20-22 ਸਾਲ ਹੋ ਗਏ ਇਹਨਾਂ ਨੂੰ ਕੰਮ ਕਰਦੇ ਆ। ਇਹ ਵੀ ਸਟੱਡੀ ਵੀਜ਼ਾ ਲਈ ਐਲੀਜੀਬਲ ਨੇ। ਕਈ ਤਰ੍ਹਾਂ ਦੇ ਕਾਲਜ ਨੇ, ਕਈ ਤਰ੍ਹਾਂ ਦੀਆਂ ਯੂਨੀਵਰਸਿਟੀਆਂ। ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੈ ਤੁਹਾਡੀ ਪ੍ਰੋਫਾਈਲ ਨੂੰ ਲੈ ਕੇ, ਮੇਰੇ ਨਾਲ ਡਿਸਕਸ ਕਰੋ, ਸਹੀ ਰਸਤਾ ਦਿਖਾਵਾਂਗੇ ਕਿੱਦਾਂ ਤੁਸੀਂ ਮੰਜ਼ਿਲ ਤੱਕ ਪਹੁੰਚ ਸਕਦੇ ਹੋ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਵਿਨੇ ਬੋਲ ਰਿਹਾ ਜੀ। ਹਾਂਜੀ ਸਰ, ਅਸੀਂ ਮੋਗੇ ਤੋਂ ਗੱਲ ਕਰ ਰਹੇ ਸੀ। ਜੀ ਦੱਸੋ ਕੀ ਜਾਣਨਾ ਚਾਹੁੰਦੇ ਹੋ? ਸਰ ਪੁੱਛਣਾ ਚਾਹੁੰਦੇ ਜੀ, ਇੱਕ ਤਾਂ ਜਿਹੜੇ ਘਰਦਿਆਂ ਦਾ ਵਿਜ਼ਟਰ ਵੀਜ਼ਾ ਲੱਗਾ ਹੋਇਆ ਜੀ 10 ਸਾਲ ਦਾ, ਹਾਂਜੀ, ਤੇ ਉਹਨਾਂ ਦੀ ਐਂਟਰੀਆਂ ਸਰ ਕਦੋਂ ਤਾਈਂ ਹੋਣਗੀਆਂ? ਉਹ ਪਹਿਲਾਂ 2 ਵਾਰੀ ਜਾ ਆਏ ਆ, ਅੱਛਾ ਜੀ। ਤੇ ਹੁਣ ਉਹਨਾਂ ਨੂੰ ਕਦੋਂ ਐਂਟਰੀ ਮਿਲ ਸਕਦੀ? ਨਹੀਂ, ਹਜੇ ਐਂਟਰੀ ਬੰਦ ਹੈ ਜੀ। ਇਹ 21 ਅਗਸਤ ਤੋਂ ਕਲੀਅਰ ਹੋਣਾ ਜੀ। ਹਜੇ ਮਹੀਨੇ ਵਾਸਤੇ ਹੋਰ ਵਧਾ ਦਿੱਤਾ ਬਿਆਨ ਇਹਨਾਂ ਨੇ। 7 ਸਤੰਬਰ ਤੋਂ ਜਿਹੜਾ ਜੀ ਖਬਰ ਆ ਰਹੀ ਸਹੀ ਹੈ ਜੀ? ਹਾਂਜੀ, ਹਜੇ 21 ਅਗਸਤ ਤੱਕ ਹੈ ਬੈਨ। 21 ਅਗਸਤ ਤੋਂ ਬਾਅਦ ਕਲੀਅਰ ਹੋਏਗਾ। 7 ਤੋਂ ਕਹਿੰਦੇ ਯਾਰ ਇਹਨਾਂ ਨੇ ਸ਼ੁਰੂ ਕਰ ਦੇਣੇ ਲਿਜਾਣੇ ਜੀ। ਠੀਕ ਹੈ। ਤੇ ਆਪਣੇ ਜਿਹੜੇ ਟੂਰਿਸਟ ਵੀਜ਼ੇ ਨਵੇਂ ਆਪਾਂ ਲਵਾ ਸਕਦੇ? ਹਜੇ ਨਹੀਂ ਲਾਣਾ ਜੀ, ਇੱਕ ਵਾਰ ਬੈਨ ਖੁੱਲਣ ਦਿਓ, ਮਹੀਨੇ ਬਾਅਦ ਅਪਲਾਈ ਕਰਿਓ ਜੀ। ਠੀਕ ਹੈ ਸਰ, ਮੈਂ ਤੁਹਾਡੇ ਤੋਂ ਪੁੱਛਣਾ ਸੀ, ਮੈਂ ਪਹਿਲਾਂ ਦੋ ਰਿਫਿਊਜ਼ਲਾਂ ਮੇਰੀਆਂ ਆਈਆਂ ਹੋਈਆਂ ਹਾਂਜੀ, ਕੈਨੇਡਾ ਟੂਰਿਸਟ ਵੀਜ਼ੇ ਦੀਆਂ। ਮੇਰੀ ਸਿਸਟਰ ਉਧਰ ਹੁਣ ਵਰਕ ਪਰਮਿਟ ਤੇ ਹੋਈ ਹੈ ਜੀ। ਅੱਛਾ ਜੀ। ਪਹਿਲਾਂ ਲਾਇਆ ਸੀ ਉਹਨਾਂ ਦੇ ਬਰਥਡੇ ਤੇ, ਫਿਰ ਲਾਇਆ ਸੀ ਸ਼ਾਇਦ ਕੈਨੇਡਾ ਡੇ ਤੇ। ਤੁਹਾਡੇ ਘਰ 'ਚ ਕਿਹਦੇ ਕੋਲ ਵੀਜ਼ਾ ਹੈਗਾ ਜੀ? ਘਰ 'ਚ ਪਹਿਲਾਂ ਮੇਰੀ ਸਿਸਟਰ ਗਈ ਸੀ ਅੱਜ ਤੋਂ 3-4 ਸਾਲ ਪਹਿਲਾਂ ਹੀ, ਹਾਂਜੀ, ਤੇ ਉਹ ਸਟੂਡੈਂਟ ਗਏ ਸੀ। ਬਾਅਦ 'ਚੋਂ ਮੇਰੇ ਮੰਮੀ ਡੈਡੀ ਗਏ ਸੀ ਅੱਜ ਤੋਂ 2-2.5 ਸਾਲ ਪਹਿਲਾਂ ਹੀ। ਅੱਛਾ ਜੀ। ਉਦੋਂ ਮੈਂ ਨਾਲ ਨਹੀਂ ਲਾਇਆ ਜੀ। ਉਦੋਂ ਕਹਿੰਦੇ ਤੁਹਾਡਾ ਨਾਲ ਨਹੀਂ। ਮੰਮੀ ਡੈਡੀ ਦੀ ਏਜ 40-42 ਸਾਲ ਹੀ ਸੀਗੀ ਉਦੋਂ। ਠੀਕ ਹੈ ਜੀ। ਉਹ ਕਹਿੰਦੇ ਵੀ ਇਹਨਾਂ ਦਾ ਵੀ ਸ਼ਾਇਦ ਵੀ ਉਮਰ ਘੱਟ ਵੀ ਨਾ ਹੋਵੇ, ਇਹਨਾਂ ਦਾ ਵੀ ਨਾ ਲੱਗੇ, ਹਾਂਜੀ, ਤੇ ਤਾਂ ਕਰਕੇ ਫਿਰ ਉਦੋਂ ਬਾਅਦ ਲਾਇਆ ਸੀਗਾ ਜੀ 6 ਮਹੀਨਿਆਂ ਬਾਅਦ। ਠੀਕ ਹੈ ਜੀ। ਰਿਫਿਊਜ਼ਲ ਦੇ ਦਿੱਤੀ ਉਹਨਾਂ ਨੇ। ਤੁਹਾਡੀ ਮੈਰਿਜ ਕਦੋਂ ਹੋਈ ਹੈ? ਮੇਰੀ ਨਹੀਂ ਹੋਈ ਮੈਰਿਜ ਜੀ ਸਰ, ਮੇਰੀ 22 ਹੈ। 22 ਹੈ। ਤੁਸੀਂ ਸਟੱਡੀ ਵੀਜ਼ਾ ਲਾ ਲਓ ਆਇਲਸ ਕਰਕੇ। ਆਈਲੈਟਸ ਦਾ ਥੋੜਾ ਜਿਹਾ ਔਖਾ ਹੀ ਗਈ। ਇਹ ਲੱਗਣਾ ਨਹੀਂ ਵੀਜ਼ਾ ਤੁਹਾਡਾ, ਵਿਜ਼ਟਰ ਵੀਜ਼ਾ ਜਿਹੜਾ ਤੁਸੀਂ ਲਵਾਉਣ ਨੂੰ ਫਿਰਦੇ ਹੋ। ਜੇ ਹੁਣ ਮਤਲਬ ਜੇ ਖੁੱਲਣਗੇ ਜ਼ਿਆਦਾ ਵੀ ਨਾ ਐਵੇਂ ਨਾ ਅਪਲਾਈ ਕਰਿਓ। ਕੁਆਰੇ ਬੰਦੇ ਨੂੰ ਨਹੀਂ ਮਿਲਦਾ ਇਹ। ਜੇ ਸਿਸਟਰ ਦੀ ਮੈਰਿਜ ਤੇ ਕੁਆਰੇ ਬੰਦੇ ਨੂੰ ਮਿਲਦਾ ਨਹੀਂ ਭਾਜੀ ਇਹ। ਠੀਕ ਹੈ। ਤੁਸੀਂ ਆਈਲੈਟ ਕਰਕੇ ਸਟੱਡੀ ਵੀਜ਼ਾ ਅਪਲਾਈ ਕਰੋ, ਜ਼ਿਆਦਾ ਵਧੀਆ ਜੇ। ਸਰ ਉਹ 'ਚ ਨੰਬਰ 60% ਹੀ ਆ ਪੂਰੇ। ਉਹਦੀ ਨੰਬਰਾਂ ਦੀ ਕੋਈ ਗੱਲ ਨਹੀਂ, ਸਿਰਫ ਆਈਲੈਟ ਕਰੋ।
ਠੀਕ ਹੈ। ਹੁਣ ਮਤਲਬ ਕਹਿੰਦੇ ਨਾ ਵੀ ਜੇ ਜ਼ਿਆਦਾ ਖੁੱਲਣਗੇ ਉਦੋਂ ਜ਼ਿਆਦਾ ਦਿੰਦੇ ਹੁੰਦੇ, ਉਦੋਂ ਜ਼ਿਆਦਾ ਖੁੱਲਣਗੇ, ਬਟ ਤੁਹਾਡਾ ਆਲਰੇਡੀ 2 ਵਾਰੀ ਰਿਫਿਊਜ਼ ਹੈ ਨਾ, ਉਹਨਾਂ ਕੋਲ ਰਿਕਾਰਡ ਹੈਗਾ ਤੁਹਾਡਾ ਸਾਰਾ ਕਿ ਤੁਹਾਡੇ ਸਾਰੇ ਪਰਿਵਾਰ ਉੱਥੇ ਆ, ਤੁਹਾਨੂੰ ਵੀਜ਼ਾ ਨਹੀਂ ਮਿਲਣਾ ਹੈ। ਠੀਕ ਹੈ। ਤੇ ਸਰ ਜਿਹੜਾ ਆਪਣਾ ਸ਼ੈਂਗਨ ਵੀਜ਼ਾ ਹੁੰਦਾ ਉਹਦੇ ਰਿਲੇਟਡ ਵੀ ਕੋਈ ਇਨਫੋਰਮੇਸ਼ਨ ਜੀ? ਨਹੀਂ, ਅਸੀਂ ਕਰਦੇ ਨਹੀਂ ਜੀ ਸ਼ੈਂਗਨ ਵੀਜ਼ਾ ਜੀ। ਠੀਕ ਹੈ ਸਰ, ਥੈਂਕ ਯੂ। ਧੰਨਵਾਦ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵਿਨੇ ਹਰੀ ਜੀ, ਹੋ ਠੀਕ ਠਾਕ ਹੋ? ਹਾਂਜੀ ਹਾਂਜੀ, ਵਧੀਆ ਬਾਈ ਜੀ। ਵਿਨੇ ਹਰੀ ਜੀ, ਮੇਰਾ ਨਾ ਸਪਾਊਜ਼ਲ ਕੇਸ ਲੱਗਿਆ ਹੋਇਆ। ਮੇਰੇ ਵਾਈਫ ਹੈਗੇ ਨੇਗੇ ਸਿਟੀਜ਼ਨ ਕੈਨੇਡਾ, ਅੱਛਾ ਜੀ। ਐਂਡ ਇਟਸ ਬੀਨ ਲਾਈਕ 8 ਮੰਥਸ ਹੋ ਗਏ, 8 to 9 ਮੰਥਸ ਹੀ ਹੋ ਗਏ ਆ, ਤੇ ਉਹਨਾਂ ਨੇ ਨਾ ਮੇਰਾ ਕੋਈ ਵੀ ਲਾਈਕ ਹਲੇ ਆਨਸਰ ਨਹੀਂ ਦਿੱਤਾ। ਮੇਰਾ ਮੈਡੀਕਲ ਸੀ ਜਿਹੜਾ ਉਹ ਮਾਰਚ ਦੇ ਵਿੱਚ ਹੋ ਗਿਆ ਸੀਗਾ, ਹਾਂਜੀ। ਤੇ ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਡਿਲੇ ਇੰਨਾ ਕਿਉਂ ਕਰ ਰਿਹਾ? ਬਿਕੋਜ਼ ਮੋਸਟ ਆਫ ਦਾ ਟਾਈਮ ਨਾ ਜਿਹੜੇ ਮੇਰੇ ਕਜ਼ਨਸ ਨੇ ਜਾਂ ਉਹ ਨਾ 6 ਮੰਥਸ ਔਰ ਵਿਦਿਨ 6 ਮੰਥਸ ਸਾਰੇ ਚਲੇ ਗਏ ਸੀਗੇ। ਹਾਂਜੀ। ਤੇ ਇਹਦਾ ਪਤਾ ਹੈ ਡਿਲੇ ਇੰਨਾ ਕਿਉਂ ਕਰ ਰਹੇ ਨੇ ਜੀ? ਕੁਛ ਐਨੀ ਆਈਡੀਆ ਡੂ ਯੂ ਹੈਵ? ਤੁਸੀਂ ਆਪ ਲਾਇਆ ਕੇਸ, ਕਿਸੇ ਏਜੰਟ ਤੋਂ ਲਾਇਆ ਜੀ? ਨਹੀਂ, ਮੇਰੀ ਵਾਈਫ ਨੇ ਬਾਹਰ ਤੋਂ ਲਾਇਰ ਕੀਤਾ ਸੀਗਾ ਜੀ। ਇਹਦਾ ਸੌਖਾ ਤਰੀਕਾ ਹੁੰਦਾ ਜੀ, ਤੁਹਾਡੇ ਕੋਲ ਐਪਲੀਕੇਸ਼ਨ ਨੰਬਰ ਹੈਗਾ ਆਪ ਦਾ? ਹਾਂਜੀ ਹਾਂਜੀ, ਮੈਂ ਉਹਨੂੰ ਸਰਚ ਕਰ ਦਾਂਗਾ ਆਨਲਾਈਨ। ਤੁਸੀਂ ਕਿੱਥੋਂ ਬੋਲਦੇ, ਕਿੱਥੋਂ ਜੇ ਤੁਸੀਂ? ਕਹਿ ਰਹੇ ਨੇ ਕਿ ਇਟਸ ਇਨ ਪ੍ਰੋਸੈਸ ਤੇ ਵੀ ਆਰ ਕਲੀਅਰਿੰਗ ਦਾ ਬੈਕਲੌਗ ਆਫ ਸਤੰਬਰ। ਨਹੀਂ, ਉਹਨੂੰ ਛੱਡ ਦਿਓ, ਉਹ ਉਸ ਗਲਤ ਹੈ। ਤੁਸੀਂ ਬੋਲਦੇ ਕਿੱਥੋਂ ਜੇ ਤੁਸੀਂ? ਮੈਂ ਪਟਿਆਲਾ ਤੋਂ ਗੱਲ ਕਰ ਰਿਹਾ ਜੀ। ਤੁਸੀਂ ਜੇ ਟਾਈਮ ਕੱਢ ਕੇ 1-2 ਦਿਨ ਤੱਕ ਮੈਨੂੰ ਮਿਲ ਲਿਓ, 3-4 ਹਜ਼ਾਰ ਰੁਪਈਆ ਲੱਗਣਾ ਹੈ, ਤੇ GCMS ਨੋਟਸ ਅਪਲਾਈ ਕਰੋ। ਠੀਕ ਹੈ ਜੀ। ਆਪਣੇ ਵਾਈਫ ਨੂੰ ਕਹਿ ਦਿਓ GCMS ਨੋਟਸ ਅਪਲਾਈ ਕਰ ਦੇਣ। ਓਕੇ ਉਹਦੇ ਨਾਲ ਫਾਈਲ ਦਾ ਸਟੇਟਸ ਪਤਾ ਲੱਗ ਜਾਣਾ, ਫਾਈਲ ਖੜੀ ਕਿੱਥੇ ਹੈ ਇਸ ਟਾਈਮ। ਓਕੇ ਆਲ ਰਾਈਟ। ਮੇਰਾ ਤਾਂ ਅੱਜ ਤੱਕ ਕੋਈ ਵਿਜ਼ਟਰ ਵੀਜ਼ੇ ਦਾ ਵੀ ਕੋਈ ਰਿਫਿਊਜ਼ ਨਹੀਂ ਹੈਗਾ ਜੀ, ਨਥਿੰਗ। ਮੇਰੀ ਫੈਮਿਲੀ ਇੱਕ ਨਾ ਤਰੀਕਾ ਹੁੰਦਾ, ਤੁਸੀਂ ਜਦੋਂ ਚਾਹੋ ਨਾ ਲੱਗੀ ਹੋਈ ਫਾਈਲ ਦਾ ਸਟੇਟਸ ਲੈ ਸਕਦੇ ਹੋ ਐਮਬੈਸੀ ਕੋ ਵੀ ਇਸ ਟਾਈਮ ਫਾਈਲ ਕਿੱਥੇ ਰੁਕੀ ਹੈ। ਆਲ ਰਾਈਟ। ਇਹਨੂੰ GCMS ਨੋਟਸ ਕਹਿੰਦੇ ਆ। ਆਪਣੇ ਵਾਈਫ ਨੂੰ ਕਹੋ, ਉਹਨਾਂ ਨੇ ਕਢਾ ਲੈਣੇ, ਉਹਦੇ ਚੋਂ ਹਫਤੇ 10 ਦਿਨ ਚ ਪਤਾ ਲੱਗ ਜਾਣਾ ਤੁਹਾਨੂੰ ਫਾਈਲ ਰੁਕੀ ਕਿਉਂ ਤੁਹਾਡੀ। ਬਟ ਥਿੰਗ ਇਜ਼ ਦਿਸ ਵਿਨੇ ਹਰੀ ਜੀ, ਮੇਰੇ ਨਾਲ ਵਾਈਫ 12 ਮਾਰਚ ਨੂੰ ਇੰਡੀਆ ਆ ਗਏ ਸੀਗੇ। ਉਸ ਤੋਂ ਬਾਅਦ ਉਹ ਇੱਥੇ ਸਟਕ ਹੋਏ ਪਏ ਨੇਗੇ ਹੁਣ ਆ ਫਲਾਈਟਸ ਕਰਕੇ ਜੀ। ਹਾਂਜੀ। ਤੇ ਇਹ ਉੱਥੇ ਲਾਇਰ ਨਾਲ ਹਨਾ ਡੇ ਨਾਈਟ ਦਾ ਫਰਕ ਹੈ, ਤੇ ਕੰਟੈਕਟ ਨਹੀਂ ਹੋ ਪਾਉਂਦਾ। ਤੁਸੀਂ ਮੇਰੇ ਕੋਲ ਆ ਜਾਓ, ਐਪਲੀਕੇਸ਼ਨ ਨੰਬਰ ਲੈ ਆਇਓ, ਮੈਂ ਕਰਾ ਦੂੰਗਾ ਸਾਰਾ ਕੰਮ। ਓਕੇ ਜੀ, ਥੈਂਕ ਯੂ ਵੈਰੀ ਮਚ। 50 ਹਾਂਜੀ, $50 ਇਹਦੀ ਫੀਸ ਹੁੰਦੀ ਹੈ। 15-20 ਦਿਨ ਚ ਸਾਨੂੰ ਡਿਟੇਲ ਮਿਲ ਜੂਗਾ ਜੀ ਸਾਰਾ। ਜੀ ਥੈਂਕ ਯੂ ਬ੍ਰਦਰ, ਥੈਂਕ ਯੂ। ਸਮੱਸਿਆਵਾਂ ਸਾਰਿਆਂ ਦੇ ਕੋਲ ਹੈ, ਜਵਾਬ ਨਹੀਂ ਹੈਗਾ ਕਿਸੇ ਕੋ ਦੇਣ ਨੂੰ, ਹੱਲ ਨਹੀਂ ਕੋਈ ਦੱਸਦਾ, ਹੱਲ ਕੋਈ ਤੋੜਦਾ ਨਹੀਂ। ਵੀਜ਼ੇ ਰਿਫਿਊਜ਼ ਹੋਏ ਆ, ਸਾਰਿਆਂ ਦੇ ਹੋਏ ਆ, ਸਾਰੇ ਕੰਸਲਟੈਂਟ ਦੇ ਹੋਏ ਆ, ਸਾਰੇ ਬੱਚਿਆਂ ਦੇ ਹੋਏ ਆ। ਤੁਹਾਡਾ ਵੀ ਵੀਜ਼ਾ ਰਿਫਿਊਜ਼ ਹੋਇਆ, ਸਾਡੇ ਕੋਲ ਵੀ ਐਪਲੀਕੇਸ਼ਨਾਂ ਪਈਆਂ ਰਿਫਿਊਜ਼ਲ ਵਾਲੀਆਂ। ਰਿਫਿਊਜ਼ਲ ਤੋਂ ਅੱਗੇ ਕੀ ਹੈ? ਕੁਝ ਨਹੀਂ ਨਜ਼ਰ ਆ ਰਿਹਾ, ਸਾਰਿਆਂ ਨੂੰ ਹਨੇਰਾ ਨਜ਼ਰ ਆ ਰਿਹਾ। ਹਨੇਰੇ ਦੇ ਪਾਰ ਦੇਖੋ, ਇੱਕ ਛੋਟੀ ਜਿਹੀ ਰੋਸ਼ਨੀ ਨਜ਼ਰ ਆਏਗੀ। ਉਹ ਰੋਸ਼ਨੀ ਕੀ ਹੈ ਕਿ ਦੁਬਾਰਾ ਅਪਲਾਈ ਕਰੋ, ਇਮਾਨਦਾਰੀ ਨਾਲ ਅਪਲਾਈ ਕਰੋ, ਚੱਕੋ ਆਪਣੀ ਫਾਈਲ। ਇਹ ਹਾਰਡ ਟਾਈਮ ਹੈ, ਆਪਣੀ ਫਾਈਲ ਤੇ ਕੰਮ ਕਰੋ। ਦੇਖੋ ਕੀ ਕਮੀ ਸੀ ਤੁਹਾਡੀ ਫਾਈਲ ਦੇ ਵਿੱਚ, ਕਿਹੜਾ ਕਾਗਜ਼ ਕਿਸੇ ਏਜੰਟ ਵੱਲੋਂ ਮਿਸ ਕਰ ਦਿੱਤਾ ਗਿਆ, ਕਿਹੜੀ ਤੁਹਾਨੂੰ ਪ੍ਰੋਬਲਮ ਫੀਲ ਹੋ ਰਹੀ ਤੁਹਾਡੀ ਫਾਈਲ ਦੇ ਵਿੱਚ, ਉਸ ਚੀਜ਼ ਨੂੰ ਸੁਧਾਰੋ। ਜਦੋਂ ਤੁਸੀਂ ਆਪ ਦੇ ਕੋਈ ਕੰਮ ਨੂੰ ਆਪ ਆਪਣੇ ਹੱਥ ਨਾਲ ਕਰਨਾ ਵਾ, ਤਾਂ ਤੁਸੀਂ ਉਹਨੂੰ ਚੰਗੀ ਤਰ੍ਹਾਂ ਸਾਫ਼ ਸੁਥਰੇ ਤਰੀਕੇ ਨਾਲ ਕਰੋਗੇ। ਜਦੋਂ ਕੋਈ ਤੁਸੀਂ ਬਣਿਆ ਬਣਾਇਆ ਖਾਣਾ ਲਿਆਂਦੇ ਹੋ ਬਾਜ਼ਾਰੋਂ, ਤੁਹਾਨੂੰ ਨਹੀਂ ਪਤਾ ਉਹਦੇ 'ਚ ਕੀ ਪਾਇਆ ਵਾ, ਕਿੱਦਾਂ ਉਹ ਖਾਣਾ ਬਣਾਇਆ ਗਿਆ। ਤੁਸੀਂ ਆਪ ਦੇ ਖਾਣਾ ਖਾਣ ਵਾਸਤੇ ਪਹਿਲਾਂ ਹੱਥ ਵੀ ਧੋਵੋਗੇ, ਸਬਜ਼ੀਆਂ ਵੀ ਧੋਵੋਗੇ, ਸਵਾਰ ਕੇ ਖਾਣਾ ਬਣਾਓਗੇ ਆਪਦੇ ਵਾਸਤੇ, ਕੋਈ ਤੁਹਾਨੂੰ ਪਤਾ ਹੈ ਤੁਸੀਂ ਆਪ ਖਾਣਾ ਹੈ। ਅੱਜ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ, ਤੁਸੀਂ ਆਪਦੀ ਫਾਈਲ ਦੁਬਾਰਾ ਬਣਾਉਣੀ ਹੈ, ਆਪਦੀ ਫਾਈਲ ਆਪ ਤਿਆਰ ਕਰੋ। ਏਜੰਟ ਦੀ, ਕੰਸਲਟੈਂਟ ਦੀ ਹੈਲਪ ਲਓ। ਦੇਖੋ ਕਿੱਥੇ ਕਮੀ ਸੀ ਤੁਹਾਡੇ ਅੰਦਰ, ਤੁਹਾਨੂੰ ਤੁਹਾਡੀ ਕਮੀ ਦਾ ਜ਼ਿਆਦਾ ਪਤਾ ਹੈ। ਕੰਸਲਟੈਂਟ ਦੇ ਨਾਲ ਬੈਂਸੋ, ਉਹਦੇ ਨਾਲ ਗੱਲ ਕਰੋ ਵੀ ਮੈਨੂੰ ਇਹ ਕੋਰਸ ਕਿਉਂ ਦਿੱਤਾ ਗਿਆ ਵਾ, ਇਸ ਕੋਰਸ ਦਾ ਮੈਨੂੰ ਕੀ ਫਾਇਦਾ ਹੋਏਗਾ, ਮੈਂ ਫਾਈਲ 'ਚ ਲਿਖਣਾ ਹੈ। ਵਾਟ ਵਿਲ ਬੀ ਦਾ ਆਊਟਕਮ ਆਫ ਦਿਸ ਕੋਰਸ, ਮੈਨੂੰ ਇਸ ਕੋਰਸ ਤੋਂ ਬਾਅਦ ਨੌਕਰੀ ਕਿੱਥੇ ਮਿਲੇਗੀ। ਇਹ ਕੋਰਸ ਜੇ ਮੈਂ ਕੱਲ੍ਹ ਨੂੰ ਇੰਡੀਆ ਆ ਕੇ ਕੰਮ ਕਰਦਾ, ਮੇਰਾ ਨਹੀਂ ਕੈਨੇਡਾ ਸੈਟਲ ਹੁੰਦਾ, ਫਿਰ ਮੈਂ ਇੰਡੀਆ 'ਚ ਕੀ ਕਰਾਂਗਾ। ਤੁਹਾਡੀ ਐਪਲੀਕੇਸ਼ਨ ਮੈਰਿਟ ਦੇ ਆਧਾਰ 'ਤੇ ਦੇਖੀ ਜਾਣੀ ਹੈ। ਅੱਜ ਆਪ ਦੀ SOP ਏਜੰਟ ਦੇ ਉੱਤੇ ਨਾ ਛੱਡੋ।
ਏਜੰਟ ਕੋਲੋਂ ਹੈਲਪ ਲਓ, ਏਜੰਟ ਕੋਲੋਂ ਸਮਝੋ, ਆਪਦੀ ਫਾਈਲ ਆਪ ਰੈਡੀ ਕਰੋ। ਜੇ ਤੁਹਾਡੀ ਫਾਈਲ ਦੇ ਵਿੱਚ ਕੋਈ ਕਮੀ ਹੋ ਰਹਿ ਜਾਂਦੀ ਹੈ, ਤੁਸੀਂ ਉਹਨੂੰ ਕਮੀ ਨੂੰ ਪੂਰਾ ਕਰ ਸਕਦੇ ਜੇ। ਏਜੰਟ ਦੇ ਕੋਲ ਹਰ ਰੋਜ਼ ਫਾਈਲਾਂ ਆਉਂਦੀਆਂ, ਏਜੰਟ ਨੇ ਬਹੁਤ ਸਾਰੀਆਂ ਫਾਈਲਾਂ ਦੇਖਣੀਆਂ ਹੁੰਦੀਆਂ, ਤੁਸੀਂ ਆਪਦੀ ਇੱਕੋ ਹੀ ਫਾਈਲ ਦੇਖਣੀ ਹੈ। ਤੁਸੀਂ ਕਿਹੜਾ ਦੂਜੀਆਂ ਹੋਰ ਕਿਸੇ ਦੀਆਂ ਫਾਈਲਾਂ ਦੇਖਣੀਆਂ? ਤੁਹਾਡੀ ਫਾਈਲ 'ਚ ਕੀ ਕਾਗਜ਼ਾਤ ਲੱਗ ਰਹੇ ਆ, ਤੁਸੀਂ ਫੈਮਿਲੀ ਇਨਫੋਰਮੇਸ਼ਨ 'ਚ ਕੀ ਪਾ ਰਹੇ ਹੋ, ਗੈਪ 'ਚ ਕੀ ਕਾਗਜ਼ ਲਾ ਰਹੇ ਹੋ, ਇਹਦੀ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਹੈ। ਤੁਸੀਂ ਜਿੱਥੇ ਜਿੱਥੇ ਦੇ ਵਰਕ ਐਕਸਪੀਰੀਅੰਸ ਲਾਏ ਆ, ਤੁਸੀਂ ਉੱਥੇ ਉੱਥੇ ਆਪਦੇ ਕਲੀਗ ਵੱਲੋਂ ਸਟੇਟਮੈਂਟ ਵੀ ਲੈ ਕੇ ਲਾ ਸਕਦੇ ਜੇ। ਤੁਸੀਂ ਆਪਦੇ ਸਕੂਲ ਕਾਲਜ ਦੇ ਉੱਤੋਂ ਲਿਖਾ ਕੇ ਰੈਫਰੈਂਸ ਲੈਟਰ ਦੇ ਸਕਦੇ ਹੋ, ਲੈਟਰ ਆਫ ਰਿਕਮੈਂਡੇਸ਼ਨ ਲਿਖਾ ਸਕਦੇ ਹੋ ਜਿੱਥੋਂ ਤੁਸੀਂ 12ਵੀਂ ਕੀਤੀ ਹੈ। ਤੁਸੀਂ ਜਿਸ ਇੰਪਲੋਇਰ ਦਾ ਸਰਟੀਫਿਕੇਟ ਲਾ ਰਹੇ ਹੋ, ਜਿੱਥੇ ਤੁਸੀਂ ਨੌਕਰੀ ਕੀਤੀ ਹੈ, ਤੁਸੀਂ ਉਹਦੇ ਨਾਲ ਇਨਕਮ ਟੈਕਸ ਦੀ ਰਿਟਰਨ ਭਰ ਕੇ ਲਾ ਸਕਦੇ ਹੋ। ਅੱਜ ਕਰੋਨਾ ਚੱਲਦਾ ਪਿਆ ਵਾ, ਹੋ ਸਕਦਾ ਕਿਸੇ ਨਾ ਕਿਸੇ ਕਰੋਨਾ ਦੇ ਰੀਜ਼ਨ ਕਰਕੇ ਵੀਜ਼ਾ ਰਿਫਿਊਜ਼ ਹੁੰਦਾ ਹੋਵੇ, ਤੁਸੀਂ ਕਰੋਨਾ ਦੀ ਜਸਟੀਫਿਕੇਸ਼ਨ ਦੇ ਸਕਦੇ ਜੇ, ਤੁਸੀਂ ਆਪਦੇ ਵੈਕਸੀਨ ਦੇ ਸਰਟੀਫਿਕੇਟ ਨਾਲ ਲਾ ਸਕਦੇ ਜੇ। ਕਦੀ ਵੀ ਐਮਬੈਸੀ ਵੱਲੋਂ, ਆਫਿਸਰ ਵੱਲੋਂ ਕਿਸੇ ਕਾਗਜ਼ ਨੂੰ ਮਨਾ ਨਹੀਂ ਕੀਤਾ ਜਾਂਦਾ। ਜੋ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਉਸ ਚੀਜ਼ ਨੂੰ ਯੂਜ਼ ਕਰੋ, ਯੂਟੀਲਾਈਜ਼ ਕਰੋ। ਆਫਿਸਰ ਨੂੰ ਦੱਸੋ ਕਿ ਤੁਹਾਡੀ ਪੜ੍ਹਾਈ ਦੇ ਪੈਸੇ ਕਿੱਥੋਂ ਆਣੇ ਆ। ਤੁਹਾਡੇ ਕੋਲ ਬੈਂਕ 'ਚ ਪੈਸੇ ਪਏ ਆ, ਤੁਹਾਨੂੰ ਪੈਲੀ ਦਾ ਠੇਕਾ ਆਉਂਦਾ ਜਾਂ ਤੁਹਾਡੇ ਕੋਲ ਤੋਂ ਕਿਰਾਇਆ ਆਉਂਦਾ। ਤੁਸੀਂ ਕਿਸੇ ਨਾਲ ਭਾਈਵਾਲੀ 'ਚ ਕੋਈ ਕੰਮ ਕਰਦੇ ਹੋ, ਤੁਸੀਂ ਕੋਈ 4 ਗੱਡੀਆਂ ਪਾਈਆਂ ਹੋਈਆਂ, ਤੁਹਾਡੇ ਕੋਲ 4 FDਆਂ ਜਿੱਥੋਂ ਤੁਹਾਨੂੰ ਵਿਆਜ ਆਉਂਦਾ। ਜਿੰਨੀ ਵੀ ਤਰ੍ਹਾਂ ਦੇ ਇਨਕਮ ਸੋਰਸ ਹੈ ਸਾਰੇ ਦਿਖਾ ਦਿਓ। ਤੁਸੀਂ ਕਿਸੇ ਧਾਰਮਿਕ ਸੰਸਥਾ ਦੇ ਪ੍ਰਧਾਨ ਜੇ, ਤੁਸੀਂ ਧਾਰਮਿਕ ਲੈਵਲ 'ਤੇ ਕੁਝ ਕਰਦੇ ਹੋ, ਤੁਸੀਂ ਸੋਸ਼ਲੀ ਕਿਤੇ ਇੰਗੇਜ ਜੇ, ਸਾਰੀਆਂ ਚੀਜ਼ਾਂ ਲਿਖੋ। ਤੁਹਾਡੀ ਦਿਨਚਰਿਆ ਕੀ ਹੈਗੀ ਹੈ, ਦਿਨ ਕਿੱਦਾਂ ਚੜ੍ਹਦਾ, ਕੀ ਤੁਹਾਡੀਆਂ ਚੰਗੀਆਂ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਹਾਡੀ ਹੌਬੀਜ਼ ਕੀ ਨੇ, ਤੁਸੀਂ ਕੈਨੇਡਾ ਬਾਰੇ ਕੀ ਸੋਚਦੇ ਹੋ, ਕੀ ਰੀਜ਼ਨ ਹੈ ਕਿ ਤੁਸੀਂ ਵਾਪਸ ਆਓਗੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਜਸਟੀਫਾਈਡ ਕਰੋ ਤਾਂ ਜੋ ਤੁਸੀਂ ਵੀਜ਼ੇ ਤੱਕ ਪਹੁੰਚ ਪਾਓ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ ਸਤਿ ਸ਼੍ਰੀ ਅਕਾਲ ਜੀ, ਨਾਂ ਦੱਸੋ ਆਪਣਾ। ਗੁਰਪ੍ਰਤਾਪ ਜੀ। ਜੀ ਕੀ ਜਾਣਨਾ ਚਾਹੁੰਦੇ ਗੁਰਪ੍ਰਤਾਪ ਜੀ? ਮੇਰੀ ਨਾ ਜੀ 19 ਤਰੀਕ ਦੀ ਟਿਕਟ ਸੀਗੀ, 19 ਅਗਸਤ ਦੀ, ਏਅਰ ਕੈਨੇਡਾ ਦੀ ਡਾਇਰੈਕਟ। ਹਾਂਜੀ। ਤੇ ਹੁਣ ਪਤਾ ਨਹੀਂ ਚੱਲ ਰਿਹਾ ਹੈਗਾ ਕਿ ਇਹਨਾਂ ਨੇ ਮਤਲਬ ਕੈਂਸਲ ਕਰਤੀਆਂ ਕਿ ਜਿਨ੍ਹਾਂ ਨੂੰ ਮਤਲਬ ਵੈਕਸੀਨ ਲੱਗੀ ਹੈ ਕੋਈ ਮਤਲਬ ਐਕਸੈਪਸ਼ਨ ਹੈਗੀ ਹੈ। ਦੇਖੋ 21 ਅਗਸਤ ਤੱਕ ਤਾਂ ਉਹਨਾਂ ਨੇ ਟਰੈਵਲ ਬੈਨ ਲਗਾਤਾ ਜੀ ਸਾਰਿਆਂ ਤੇ। ਅੱਛਾ ਜੀ। 21 ਅਗਸਤ ਤੱਕ ਤਾਂ ਤੁਸੀਂ ਜਾਂਦੇ ਨਹੀਂ ਇੱਥੋਂ। ਅੱਛਾ ਜੀ। ਹੁਣ 21 ਤੋਂ ਬਾਅਦ ਦੀ ਜੇ ਟਿਕਟ ਹੋਊਗੀ ਤਾਂ ਉਹ ਵੈਲਿਡ ਹੋਏਗੀ, ਜੇ 21 ਤੋਂ ਪਹਿਲਾਂ ਦੀ ਟਿਕਟ ਆ ਤਾਂ ਉਹ ਕੈਂਸਲ ਹੋ ਗਈ ਜੀ। 9 ਅਗਸਤ ਨੂੰ ਇੱਕ ਕਹਿ ਰਹੇ ਸੀ ਕਿ ਕੋਈ ਨਵਾਂ ਉਹ ਆਣਾ ਰੂਲ ਜਾਂ ਦੇਖੋ ਹਜੇ ਤੱਕ ਤਾਂ ਕੁਝ ਨਹੀਂ ਹੈਗਾ ਜੀ ਇਦਾਂ ਦਾ। ਤੇ ਫਿਰ ਹੁਣ ਮਤਲਬ ਇਨਡਾਇਰੈਕਟ ਰੂਟ ਵਧੀਆ ਰਹੂਗਾ ਜੀ ਕਿ ਤੁਸੀਂ ਕਰਾ ਕੇ ਇਨਡਾਇਰੈਕਟ ਕਰੀਏ ਕਿ ਇਨਡਾਇਰੈਕਟ ਰੂਟ ਦੇ ਵਿੱਚ ਬਹੁਤ ਰਿਸਕ ਹੈ। ਜੇ ਉਹਨਾਂ ਨੇ ਟਰੈਵਲ ਬੈਨ ਲਾਇਆ, ਕਿਸੇ ਗੱਲ ਨੂੰ ਲਾਇਆ, ਤੁਸੀਂ ਵੇਟ ਕਰ ਲਓ, ਹੋਰ 20 ਦਿਨ ਰਹਿ ਗਏ ਆ। 20 ਦਿਨਾਂ ਬਾਅਦ ਜੋ ਨਵੀਂ ਗਾਈਡਲਾਈਨਸ ਆਊਗੀ ਉਹਦੇ ਅਕੋਰਡਿੰਗਲੀ ਟਰੈਵਲ ਕਰਿਓ ਤੁਸੀਂ। ਅੱਛਾ ਜੀ। ਇੰਨੀ ਭੱਜ ਦੌੜੀ 'ਚ ਨਾ ਪਾਓ, ਕੱਲ ਨੂੰ 에ਅਰਪੋਰਟ ਦੇ ਉੱਤੇ ਕਿਸੇ ਨੇ ਇੰਟਰਵਿਊ ਲੈ ਲਈ ਤੁਹਾਡੇ ਕੋਲ ਜਵਾਬ ਨਹੀਂ ਦਿੱਤਾ ਜਾਣਾ। ਅੱਛਾ ਜੀ। ਤੁਹਾਨੂੰ 에ਅਰਪੋਰਟ ਤੇ ਕਿਸੇ ਨੇ ਪੁੱਛ ਲਿਆ ਨਾ ਤੁਸੀਂ ਕਿਉਂ ਆਏ ਹੋ ਇੱਥੇ, ਤੁਹਾਡੇ ਕੋਲੋਂ ਗੱਲ ਸਾਂਭੀ ਨਹੀਂ ਜਾਣੀ ਮੌਕੇ ਤੇ। ਅੱਛਾ ਜੀ। ਪਿਛਲੇ ਸਾਲ 100-125 ਨਿਆਣਾ ਮੌਂਟਰੀਅਲ ਤੋਂ ਡਿਪਿਊਟ ਹੋਇਆ ਸੀਗਾ, ਜਿਨ੍ਹਾਂ ਕੋਲ ਦੱਸਿਆ ਹੀ ਨਹੀਂ ਗਿਆ, ਅੰਗਰੇਜ਼ੀ 'ਚ ਗੱਲ ਹੀ ਨਹੀਂ ਕਰ ਹੋਈ ਉੱਥੇ ਜਾ ਕੇ। ਅੱਛਾ ਜੀ। ਇਹਨਾਂ ਨੇ ਸਟੂਡੈਂਟ ਨੂੰ ਪਿਛਲੇ ਸਾਲ ਪੁੱਛਿਆ ਤੇਰੀ ਦੂਜੇ ਸਾਲ ਦੀ ਫੀਸ ਕਿੱਥੇ ਹੈ, ਹੂ ਵਿਲ ਸਪਾਂਸਰ ਯੂ ਇਨ ਨੈਕਸਟ ਈਅਰ। ਇਸ ਕਰਕੇ ਉਹ ਬੱਚੇ ਵਾਪਸ ਭੇਜਤੇ। ਕੱਲ ਨੂੰ ਤੁਹਾਨੂੰ ਕੋਈ ਇਦਾਂ ਦਾ ਸਵਾਲ ਪੁੱਛ ਲਿਆ, ਤੁਹਾਡਾ ਵੀਜ਼ਾ ਕੈਂਸਲ ਹੋ ਗਿਆ, ਕੀ ਫਾਇਦਾ? ਇਹਦੇ ਨਾਲੋਂ ਬੈਟਰ ਹੈ ਮਹੀਨਾ ਲੇਟ ਚੱਲ ਜਿਓ ਤੁਸੀਂ। ਅੱਛਾ ਜੀ। ਤੇ ਨਾਲੇ ਕਹਿ ਰਹੇ ਨੇ ਕਿ ਅਗਸਤ ਦੇ ਅਖੀਰ 'ਚ ਆ ਜਾਣੀ ਹੈ, 3rd ਵੇਵ ਆਣੀ ਹੈ ਕਰੋਨਾ ਦੀ। ਦੇਖੋ ਬੇਟਾ, ਹਜੇ ਆਪਾਂ ਕਿਸੇ ਵੀ ਚੀਜ਼ ਨੂੰ ਪ੍ਰੈਡਿਕਸ਼ਨ ਨਹੀਂ ਕਰ ਸਕਦੇ। ਜੇ ਅੱਜ ਕੈਨੇਡੀਅਨ ਗਵਰਨਮੈਂਟ ਨੇ ਇਹਨੂੰ ਰੋਕਿਆ ਵਾ ਤਾਂ ਸਾਡੇ ਭਲੇ ਲਈ ਰੋਕਿਆ। ਅੱਛਾ ਜੀ। ਮੇਰੀ ਬ੍ਰਦਰਲੀ ਐਡਵਾਈਸ ਹੈ ਤੈਨੂੰ, ਮੇਰਾ ਵੀਰ ਨਾ ਜਾਈ, ਹਜੇ ਵੇਟ ਕਰ ਲਾ। ਇਹਦੇ 'ਚ ਤੇਰੇ ਮਾਂ-ਬਾਪ ਦਾ ਸਾਰਿਆਂ ਦਾ ਭਲਾ ਹੈ। ਅੱਜ 2-2.5 ਲੱਖ ਰੁਪਏ ਦੀ ਟਿਕਟ ਲੈ ਕੇ ਜਾਊਂਗਾ, ਰਸਤੇ 'ਚ ਕਿਤੇ ਫਸ ਗਿਆ, ਮੁੜ ਕੇ ਕੀ ਕਰਾਂਗੇ ਫਿਰ? ਅੱਛਾ ਜੀ। ਠੀਕ ਹੈ, ਵੇਟ ਕਰ ਲਾ ਬ੍ਰਦਰ ਅਜੇ। ਠੀਕ ਹੈ ਜੀ। ਥੈਂਕ ਯੂ। ਧੰਨਵਾਦ। ਤੁਸੀਂ ਜਿੰਨਾ ਮਰਜ਼ੀ ਕਿਸੇ ਨੂੰ ਸਮਝਾ ਲਓ, ਨਹੀਂ ਸਮਝ ਲੱਗਦੀ। ਇਟਸ ਮਾਈ ਹੰਬਲ ਰਿਕੁਐਸਟ ਟੂ ਆਲ ਆਫ ਯੂ, 3rd ਕੰਟਰੀ ਵਾਲੇ ਚੱਕਰ 'ਚ ਨਾ ਪਾਓ। ਅਸੀਂ ਇਹ ਪ੍ਰੋਗਰਾਮ ਇਸੇ ਤਰੀਕੇ ਨਾਲ ਕੰਟੀਨਿਊ ਰੱਖਾਂਗੇ। ਸਾਨੂੰ YouTube, Facebook ਦੇ ਮਾਧਿਅਮ ਨਾਲ ਆਪਦੇ ਸਵਾਲ ਭੇਜਦੇ ਰਹੋ।
ਇਸ ਪ੍ਰੋਗਰਾਮ ਨੂੰ ਇਸ ਵੇਲੇ ਇੱਥੇ ਖਤਮ ਕਰਾਂਗੇ। ਦੁਬਾਰਾ ਫਿਰ ਜਲਦੀ ਮਿਲਾਂਗੇ। ਧੰਨਵਾਦ।